सतनाम धन वाहिगुरु साहिब जी। तेरे कवन कवन गुण कह कह गावा, तू साहिब गुणी निधाना। तुमरी महिमा बरनना साकौ, तू ठाकुर ऊच भगवाना। जेता जियो पिंड सब तेरा, तू अंतर जामी पुरख भगवान। दासन दास कहे जन नानक, जिहा तू कराए तेहा हों करी वख्यान। गौड़ी महला पंजवा। कर कर टहल रसना गुण गावो, चरण ठाकुर कै मार्ग धावो। भलो समो सिमरन की बरिया, सिमरत नाम भै पार उतरिया। रहाओ। वाहिगुरु जी का खालसा, वाहिगुरु जी की फतेह। परम सन्मानयोग जुग जुग अटल चवर छतर तख्त दे मालक साहिब सतगुरु श्री गुरु ग्रंथ साहिब महाराज जी की पावन और पवित्र हजूरी अंदर बाला प्रीतम 8वें पातशाह धन गुरु हरकृष्ण साहब महाराज जी के महान पावन पवित्र अस्थान गुरुद्वारा श्री बंगला साहब विखे बड़े ही प्यार सत्कार सहित हाजरी भर रही गुरु की साजी निवाजी साध संगत ਅਤੇ मीडिया के माध्यम राही देशों विदेशों में बैठ के अज की पावन पवित्र विचार नूं सरवण कर रहे गुरु सवारियों वडभागे हाँ जो सतगुरां की पावन हजूरी अंदर बैठ के गुरबाणी का कीर्तन उपरंत सत्कारयोग सिंह साहब ज्ञानी रंजीत सिंह जी जिन्हां ने बड़े प्यार नाल अज का पावन पवित्र शब्द आप जी नूं सरवण करवाया है। ये पवित्र शब्द धन गुरु अर्जन देव महाराज सच्चे पातशाह जी पावन रसना तो उचारण किया होया है। गौड़ी राग दे अंदर श्री गुरु ग्रंथ साहब जी दे पावन अंग 190 ते सुभाईमान है। साहब जी बख्शिश करते ने कि कर कर टहल रसना गुण गावो। कर का अर्थ होंदा है हथ ते टहल तो भाव है सेवा, कि उस गुरु की सेवा विच असी अपने हत्थां नूं लाइए ते नाल इस रसना दे नाल परमात्मा दे गुण गाइए। सेवा बड़ी प्रकार की है साध संगत। एक सेवा है भी जदों असी कार सेवा करते हैं हत्थां नाल किरत करते हैं रसना तो सतनाम वाहिगुरू करते हैं। ये कार सेवा वाले महापुरुषों की शुरू तो एक परंपरा भी वैसे रही है। पिंडां चों संगत लैके जानी उत्थे जाके सेवा करनी ते नाल सतनाम वाहिगुरू करी जाना। तो इसे तरीके नाल कुछ होर सेवावां भी ने
ਜਿਵੇਂ ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰਬਾਣੀ ਨੂੰ ਪੁਰਾਤਨ ਸਮੇਂ ਦੇ ਅੰਦਰ ਬਹੁਤ ਸਾਰੇ ਸਿੱਖ ਸੀ ਜਿਹੜੇ ਆਪਣੇ ਮੁਬਾਰਕ ਹੱਥਾਂ ਨਾਲ ਲਿਖ ਕੇ ਕੌਮ 'ਚ ਸੇਵਾ ਕਰਿਆ ਕਰਦੇ ਸਨ, ਇਤਿਹਾਸ ਲਿਖ ਕੇ ਸੇਵਾ ਕਰਿਆ ਕਰਦੇ ਸਨ। ਤੇ ਜਦੋਂ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੇ ਸਿੱਖਾਂ ਦਾ ਜ਼ਿਕਰ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਨੇ ਦੋ ਸਿੱਖਾਂ ਦਾ ਬੜਾ ਬਾਖੂਬੀ ਜ਼ਿਕਰ ਕੀਤਾ ਹੈ ਕਿ ਪੰਦਾ ਬੋਲਾ ਜਾਣੀਐ ਗੁਰਬਾਣੀ ਗਾਇਨ ਲੇਖਾਰੀ, ਡੱਲੇ ਵਾਸੀ ਸੰਗਤ ਭਾਰੀ। ਇਹ ਡੱਲੇ ਦੇ ਰਹਿਣ ਵਾਲੇ ਸਿੱਖ ਸਨ, ਭਾਈ ਪਾਂਦਾ ਜੀ ਤੇ ਭਾਈ ਬੂਲਾ ਜੀ। ਤੇ ਸੇਵਾ ਕਿੱਡੀ ਵੱਡੀ ਮਿਲੀ। ਗੁਰਬਾਣੀ ਨੂੰ, ਬਾਣੀ ਦੀਆਂ ਪੋਥੀਆਂ ਨੂੰ ਆਪਣੇ ਮੁਬਾਰਕ ਹੱਥਾਂ ਨਾਲ ਲਿਖਣਾ ਵੀ ਤੇ ਗੁਰਬਾਣੀ ਨੂੰ ਗਾਉਣਾ ਵੀ। ਜੇ ਸਵਾਰਥ ਤੋਂ ਰਹਿਤ ਹੋ ਕੇ ਗੁਰਬਾਣੀ ਗਾਈ ਜਾ ਰਹੀ ਹੈ ਤੇ ਇਹ ਵੀ ਸੇਵਾ ਹੈ। ਸਵਾਰਥ ਤੋਂ ਰਹਿਤ ਹੋ ਕੇ ਬਾਣੀ ਦਾ ਪਾਠ, ਗੁਰਬਾਣੀ ਦੀ ਕਥਾ ਅਸੀਂ ਸੰਗਤ ਵਿੱਚ ਬੈਠ ਕੇ ਕੁਝ ਸਰਵਣ ਕਰ ਰਹੇ ਹਾਂ, ਇਹ ਵੀ ਗੁਰੂ ਕੀ ਸੇਵਾ ਹੀ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ। ਫਿਰ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਪਣੇ ਕੋਲ ਦਿੱਤੀ ਹੋਈ ਜੋ ਵੀ ਪੂੰਜੀ ਹੈ, ਧਨ ਪਦਾਰਥ ਹੈ, ਉਹਦੇ ਚੋਂ 10ਵਾਂ ਹਿੱਸਾ ਸਮਾਜ ਦੀ ਭਲਾਈ ਵਾਸਤੇ, ਆਪਣੇ ਗੁਰੂ ਦੇ ਕਾਰਜਾਂ ਵਾਸਤੇ, ਪੰਥ ਦੇ ਕਾਰਜਾਂ ਲਈ ਹਿੱਸਾ ਪਾਉਣੇ ਆ, ਉਹ ਵੀ ਇੱਕ ਸੇਵਾ ਹੀ ਹੈ। ਤੋਂ ਪੁਰਾਣੇ ਸਮੇਂ ਦੇ ਅੰਦਰ ਗੁਰਬਾਣੀ ਲਿਖਣ ਦੀ ਸੇਵਾ ਤੇ ਇਤਿਹਾਸ ਲਿਖਣ ਦੀ ਸੇਵਾ ਬਹੁਤ ਸਾਰੇ ਸਾਡੇ ਦਾਨਸ਼ਮੰਦ ਬਜ਼ੁਰਗਾਂ ਨੇ ਕੀਤੀ, ਹੁਣ ਵੀ ਕਰ ਰਹੇ ਨੇ। ਮੈਂ ਅੱਜ ਕੱਲ੍ਹ ਇੱਕ ਕਿਤਾਬ ਪੜ੍ਹ ਰਿਹਾ, ਸਮਰੂ ਕੀ ਬੇਗਮ। ਜਦੋਂ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ ਸੀ ਨਾ, ਇਸ ਬੀਬੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਦੋਂ। ਵੇਖੋ, ਪਹਿਲਾ ਜੀਵਨ ਉਹਦਾ ਇੱਕ ਕੋਠੇ ਚੋਂ ਆਈ, ਫਿਰ ਸਤਿਕਾਰਯੋਗ ਸਾਧ ਸੰਗਤ ਜੀ ਇੱਕ ਨਵਾਬ ਦੀ ਰਾਣੀ ਬਣੀ। ਮੁਜ਼ੱਫਰਗੜ੍ਹ ਤੋਂ ਲੈ ਕੇ ਅਲੀਗੜ੍ਹ ਤੱਕ ਬਹੁਤ ਲੰਬਾ 425 ਪਿੰਡ ਸਨ ਜਿਸ ਇਲਾਕੇ ਵਿੱਚ ਇਹਦੀ ਕਿਸੇ ਸਮੇਂ ਤੇ ਹਕੂਮਤ ਚੱਲਦੀ ਰਹੀ। ਤੇ ਜਦੋਂ ਆਪਣੇ ਸਿੰਘ ਬਾਬਾ ਬਘੇਲ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਬਾਕੀ ਸਿੰਘ ਸੀ ਦਲ ਖਾਲਸੇ ਦੇ ਰੂਪ ਅੰਦਰ, ਇਹ ਜਦੋਂ ਰਾਖੀ ਵਸੂਲਦਿਆਂ ਇਹਦੇ ਇਲਾਕੇ ਵਿੱਚ ਗਏ ਨਾ ਤੇ ਇਹਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ। ਬਾਬਾ ਬਘੇਲ ਸਿੰਘ ਜੀ ਦੀ ਸਿੰਘਣੀ ਬੀਬੀ ਰਾਮ ਕਵਰ। ਇਤਿਹਾਸ ਕਹਿੰਦਾ ਹੈ ਵੀ ਜਦੋਂ ਇਹਨਾਂ ਦੋਵਾਂ ਜੀਆਂ ਨੇ ਉਸ ਬੀਬੀ ਵੱਲ ਆਪਣੀ ਨਿਗਾਹ ਫੇਰੀ ਨਾ, ਤੇ ਇਹਨੂੰ ਸਤਿਕਾਰ ਸਹਿਤ ਇਹਦੇ ਮਹਿਲਾਂ ਵਿੱਚ ਛੱਡਣ ਗਏ ਤੇ ਇੰਨਾ ਕੁ ਪਿਆਰ ਬਣ ਗਿਆ ਕਿ ਉਹਦੇ ਵਿੱਚੋਂ ਬਾਬਾ ਬਘੇਲ ਸਿੰਘ ਨੂੰ ਆਪਣੀ ਧੀ ਨਜ਼ਰ ਆਈ। ਇਹਨਾਂ ਦੋਵਾਂ ਨੇ ਉਸ ਸਮਰੂ ਕੀ ਬੇਗਮ ਨੂੰ ਸਾਧ ਸੰਗਤ ਜੀ ਆਪਣੀ ਧੀ ਬਣਾ ਲਿਆ ਤੇ ਬਾਅਦ ਵਿੱਚ ਉਹ ਖਾਲਸੇ ਦੀ ਭੈਣ ਬਣ ਕੇ ਦਿੱਲੀ 'ਚ ਬਹੁਤ ਸੇਵਾ ਕਰਦੀ ਰਹੀ। ਸ਼੍ਰੀ ਗੁਰੂ ਪੰਥ ਪ੍ਰਕਾਸ਼ 'ਚ ਗਿਆਨੀ ਗਿਆਨ ਸਿੰਘ ਨੇ ਬਾਖੂਬੀ ਹਵਾਲੇ ਦਿੱਤੇ ਨੇ ਇਹਨਾਂ ਗੱਲਾਂ ਦੇ। ਮੌਜੂਦਾ ਸਮੇਂ 'ਚ ਭੁਜੰਗੀ ਪ੍ਰਕਾਸ਼ਨ ਕੁਝ ਨੌਜਵਾਨ ਵੀਰ ਨੇ ਜਿਨ੍ਹਾਂ ਨੇ ਇਸ ਪ੍ਰਕਾਸ਼ਨ ਦੇ ਅਧੀਨ ਇਸ ਕਿਤਾਬ ਨੂੰ ਛਾਪਿਆ ਤੇ ਉਹਦੇ 'ਚ ਦਿੱਲੀ ਦੇ ਗੁਰਦੁਆਰਿਆਂ ਦਾ ਇਤਿਹਾਸ, ਕਿਆ ਕਮਾਲ ਦਾ ਇਤਿਹਾਸ ਲਿਖਿਆ ਹੈ। ਉਹ ਕਹਿੰਦੇ ਵੀ ਜਦੋਂ ਔਰੰਗਜ਼ੇਬ ਦੀ ਮੌਤ ਹੋ ਗਈ ਨਾ ਤੇ ਹਫੜਾ ਦਫੜੀ ਜੀ ਮੱਚ ਗਈ ਤੇ ਬਹੁਤਿਆਂ ਨੇ ਕੂਚ ਦਿੱਲੀ ਵੱਲ ਨੂੰ ਕਰਨਾ ਸ਼ੁਰੂ ਕਰ ਲਿਆ। ਦਿੱਲੀ 'ਚ ਬੈਠੇ ਸ਼ਾਹ ਆਲਮ ਨੇ ਸੋਚਿਆ ਕਿ ਕਿਤੇ ਇਹ ਨਾ ਹੋਵੇ ਵੀ ਜਿਹੜੇ ਮਰਹੱਟੇ ਨੇ ਉਹ ਇੱਥੇ ਵੀ ਆ ਕੇ ਟੁੱਟ ਪੈ ਜਾਣ ਤੇ ਸਿੰਘਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੁਲਾ ਲੈਣਾ ਚਾਹੀਦਾ। ਇੱਕ ਬੰਨੇ ਸਿੰਘਾਂ ਨੂੰ ਬੁਲਾ ਲਿਆ ਤੇ ਦੂਜੇ ਬੰਨੇ ਕਿਲੇ ਦੇ ਦਿੱਲੀ ਦੀ ਧਰਤੀ ਤੇ ਦਰਵਾਜ਼ੇ ਬੰਦ ਕਰਕੇ ਤੇ ਆਪ ਅੰਦਰ ਲੁਕ ਕੇ ਬਹਿ ਗਿਆ। ਬਾਬਾ ਬਘੇਲ ਸਿੰਘ ਜੀ ਦੇ ਨਾਲ ਜਿਹੜੇ ਸਿੱਖ ਸਨ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਤਾਰਾ ਸਿੰਘ ਘੇਬਾ, ਸਾਡੇ ਬਜ਼ੁਰਗ ਜਿਨ੍ਹਾਂ ਨੇ ਇਸ ਦਿੱਲੀ ਦੀ ਧਰਤੀ ਤੇ ਨਿਸ਼ਾਨਦੇਹੀ ਕਰਕੇ ਤੇ 8 ਗੁਰੂ ਘਰ ਜਿਹੜੇ ਨੇ ਉਸਾਰੇ ਤੇ ਬਿਨਾਂ ਖੂਨ ਖਰਾਬੇ ਤੋਂ ਉਸਾਰੇ। ਵੇਖੋ ਸਾਧ ਸੰਗਤ, ਬਹੁਤ ਵੱਡੀ ਸੇਵਾ ਹੈ ਉਹਨਾਂ ਬਜ਼ੁਰਗਾਂ ਦੀ। ਅਸੀਂ ਦੇਣ ਨਹੀਂ ਦੇ ਸਕਦੇ, ਸੇਵਾ ਦੀ ਗੱਲ ਚੱਲ ਰਹੀ ਹੈ। ਇਹ ਵੀ ਇੱਕ ਸੇਵਾ ਜਿਹੜੀ ਪੰਥ ਨੇ ਉਸ ਵੇਲੇ ਕੀਤੀ। ਜਦੋਂ ਇਹਨਾਂ ਵੇਖਿਆ ਵੀ ਸ਼ਾਹ ਆਲਮ ਆਪ ਤਾਂ ਕਿਲੇ ਦੇ ਅੰਦਰ ਬਹਿ ਗਿਆ, ਦਰਵਾਜ਼ੇ ਬੰਦ ਕਰ ਲਏ ਨੇ,
ਤੇ ਇਹਨਾਂ ਆਪਣੇ ਬਜ਼ੁਰਗਾਂ ਨੇ ਇੱਕ ਲੱਕੜ ਦਾ ਬਹੁਤ ਤਗੜਾ ਮੋਛਾ ਉਹਨੂੰ ਸਾਧ ਸੰਗਤ ਲਿਆ ਕੇ ਤੇ ਇੱਕ ਬੰਨਿਓ ਜਿਹੜੀ ਕਿਲੇ ਦੀ ਕੰਧ ਕੱਚੀ ਸੀ ਉਹਦੇ 'ਚ ਮਾਰ ਮਾਰ ਕੇ ਇੱਕ ਮੋਰੀ ਕਰ ਦਿੱਤੀ। ਅੱਜ ਵੀ ਦਿੱਲੀ 'ਚ ਉਸ ਧਰਤੀ ਨੂੰ ਮੋਰੀ ਵਾਲਾ ਪੁਲ ਕਰਕੇ ਸਾਧ ਸੰਗਤ ਤੁਸੀਂ ਜਾਣਦੇ ਹੋ। ਇਹ ਕਿਲੇ ਦੇ ਅੰਦਰ ਚਲੇ ਗਏ। ਸ਼ਾਹ ਆਲਮ ਨੂੰ ਪਤਾ ਲੱਗਾ ਵੀ ਹੁਣ ਇਹਨਾਂ ਸਿੰਘਾਂ ਤੋਂ ਮੈਨੂੰ ਬਚਾ ਕੌਣ ਸਕਦਾ ਹੈ, ਤੇ ਨਿਗਾਹ ਗਈ ਵੀ ਸਮਰੂ ਕੀ ਬੇਗਮ ਉਹਦੇ ਵੱਲ ਕਿਸੇ ਨਾ ਕਿਸੇ ਤਰ੍ਹਾਂ ਸੁਣੀਆਂ ਗੱਲਾਂ, ਤੇ ਉਹ ਆਈ ਤੇ ਉਹਨੇ ਵਿੱਚ ਪੈ ਕੇ ਬਾਬਾ ਬਘੇਲ ਸਿੰਘ ਹਣਾ ਦਾ ਤੇ ਸ਼ਾਹ ਆਲਮ ਦੂਜੇ ਦਾ ਇੱਕ ਰਾਜੀਨਾਮਾ ਕਰਾਇਆ, ਜਿਹਦੇ ਇਵਜ ਵਿੱਚ 3 ਲੱਖ ਰੁਪਈਆ ਜਿਹੜਾ ਸ਼ਾਹ ਆਲਮ ਨੇ ਉਹ ਆਪਣੇ ਬਜ਼ੁਰਗਾਂ ਦੇ ਹੱਥ ਤੇ ਰੱਖਿਆ। ਜਿੰਨਾ ਚਿਰ ਖਾਲਸਾ ਫਿਰ ਇਸ ਦਿੱਲੀ ਤੇ ਰਿਹਾ, ਉਹਨਾਂ ਨੇ ਉਸ ਧਨ ਨੂੰ ਗਰੀਬਾਂ 'ਚ ਵੀ ਵੰਡਿਆ। ਗਰੀਬਾਂ ਦੇ ਘਰ ਚੁੱਲ੍ਹੇ ਬਲੇ, ਗਰੀਬਾਂ ਦੇ ਬੱਚਿਆਂ ਨੇ ਰੱਜ ਕੇ ਰੋਟੀ ਖਾਧੀ। ਤੇ ਖਾਲਸਾ ਜੀ ਦੂਜੀ ਗੱਲ ਕਿ ਓਨੇ ਦਿਨ ਹੀ ਮਠਿਆਈ ਦਾ ਲੰਗਰ ਚੱਲਦਾ ਰਿਹਾ। ਤੇ ਬਾਅਦ ਵਿੱਚ ਜਦੋਂ ਅੰਗਰੇਜ਼ਾਂ ਨੇ ਪੁਲ ਬਣਾਇਆ ਸੀ, ਅੱਜ ਵੀ ਦਿੱਲੀ ਦੀ ਧਰਤੀ ਤੇ ਇੱਕ ਪੁਲ ਨੂੰ ਮਠਿਆਈ ਪੁਲ ਕਰਕੇ ਹੀ ਜਾਣਿਆ ਜਾਂਦਾ ਹੈ। ਇਹ ਸਾਡੇ ਬਜ਼ੁਰਗਾਂ ਦੀਆਂ ਮਾਰੀਆਂ ਮੱਲਾਂ ਨੇ। ਸਾਧ ਸੰਗਤ ਫਿਰ ਇੱਥੇ ਹੀ ਬਸ ਨਹੀਂ, ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਬਾਬਾ ਜੀ ਚਲਦਿਆਂ ਗੁਰਦੁਆਰਾ ਸੀਸਗੰਜ ਸਾਹਿਬ ਵਾਲੇ ਅਸਥਾਨ ਤੇ ਆਏ ਤੇ ਇੱਕ ਸੱਖਣ ਨਾਂ ਦੀ ਮਾਈ, ਉਹ ਬਜ਼ੁਰਗ ਬੀਬੀ ਉਹਨੂੰ ਲੱਭਿਆ ਬਾਬਾ ਬਘੇਲ ਸਿੰਘ ਇਹਨਾਂ ਨੇ। ਉਹਨੇ ਦੱਸਿਆ ਵੀ ਜਦੋਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਚਾਂਦਨੀ ਚੌਂਕ 'ਚ ਸ਼ਹੀਦੀ ਹੋਈ ਹੈ, ਉਦੋਂ ਮੈਂ ਬਹੁਤ ਜ਼ਿਆਦਾ ਛੋਟੀ ਸਾਂ ਤੇ ਆਪਣੇ ਪਿਤਾ ਦੇ ਨਾਲ ਜਿਹੜਾ ਮਾਸ਼ਕੀ ਦਾ ਕੰਮ ਕਰਦਾ ਸੀ, ਉਹ ਕਹਿੰਦੀ ਹੈ ਵੀ ਸ਼ਹੀਦੀ ਤੋਂ ਬਾਅਦ ਮੇਰੇ ਬਾਪ ਨੂੰ ਬੁਲਾਇਆ ਗਿਆ ਵੀ ਸਤਿਗੁਰੂ ਮਹਾਰਾਜ ਦੇ ਪਵਿੱਤਰ ਖੂਨ ਦੇ ਜਿੱਥੇ ਛਿੱਟੇ ਸਨ ਉਹਨੂੰ ਸਾਫ਼ ਕਰਨ ਵਾਸਤੇ ਮਾਸ਼ਕੀ ਆਇਆ ਪਾਣੀ ਦੀ ਮਸ਼ਕ ਲੈ ਕੇ। ਕਹਿੰਦੀ ਮੈਂ ਨਾਲ ਆਈ। ਉਹਨੇ ਵੇਰਵਾ ਦੱਸਿਆ ਵੀ ਕਿਵੇਂ ਇੱਕ ਸਾਧ ਸੰਗਤ ਜੀ ਲੱਕੜ ਦੀ ਚੌਂਕੀ ਤੇ ਸਤਿਗੁਰੂ ਜੀ ਨੂੰ ਬਿਠਾਇਆ ਗਿਆ। ਪੂਰਬ ਵੱਲ ਮੁੱਖ ਹੈ, ਇੱਕ ਪਾਸੇ ਖੂਹ ਹੈ, ਇੱਕ ਪਾਸੇ ਮਸੀਤ ਦੀ ਕੰਧ ਹੈ। ਉਹਨੇ ਸਾਰੀ ਨਿਸ਼ਾਨਦੇਹੀ ਦੱਸੀ। ਉਸ ਧਰਤੀ ਤੇ ਬਾਬਾ ਬਘੇਲ ਸਿੰਘ ਹਣਾ ਨੇ ਗੋਡੇ ਲਾ ਕੇ ਉਸ ਧਰਤੀ ਨੂੰ ਆਪਣੇ ਮਸਤਕ ਦੇ ਨਾਲ ਉਸ ਮਿੱਟੀ ਨੂੰ ਧੂੜ ਨੂੰ ਲਾਇਆ। ਤੇ ਸਤਿਕਾਰਯੋਗ ਸਾਧ ਸੰਗਤ ਜੀ, ਇਹ ਵੱਡੇ ਵੱਡੇ ਜਿਹੜੇ ਕਾਰਜ ਹਨ, ਇਹ ਵੇਖੋ, ਇਹ ਉਹਨਾਂ ਨੇ ਸੇਵਾ ਦੇ ਰੂਪ ਵਿੱਚ ਇਸ ਦਿੱਲੀ ਦੀ ਧਰਤੀ ਤੇ ਬਹੁਤ ਵੱਡੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਖਾਸ ਕਰ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਜ਼ਿਕਰ ਪੜ੍ਹਨ ਯੋਗ ਹੈ ਕਿ ਇਸ ਧਰਤੀ ਤੇ ਜਦੋਂ ਕਲਗੀਧਰ ਪਾਤਸ਼ਾਹ ਬਹਾਦਰ ਸ਼ਾਹ ਨੂੰ ਮਿਲਣ ਆਉਂਦੇ ਨੇ ਤੇ ਪਹਿਲਾਂ ਆਪ ਮੋਹੜੀ ਗੱਡ ਜਾਂਦੇ ਨੇ, ਫਿਰ ਕੁਝ ਸਮਾਂ ਪਾ ਕੇ ਮਸੀਤ ਬਣ ਜਾਂਦੀ ਹੈ ਤੇ ਉਹਦੇ ਤੋਂ ਬਾਅਦ ਫੇਰ ਕਿਵੇਂ ਗੁਰੂ ਘਰ ਬਣਦਾ ਹੈ ਬਿਨਾਂ ਖੂਨ ਖਰਾਬੇ ਤੋਂ। ਕਿੱਡੀ ਦਲੇਰੀ ਦੇ ਨਾਲ, ਕਿੱਡੇ ਪਿਆਰ ਦੇ ਨਾਲ ਦਿੱਲੀ ਦੀ ਧਰਤੀ ਤੇ ਆਏ ਸਾਡੇ ਉਹਨਾਂ ਬਜ਼ੁਰਗਾਂ ਨੇ ਉਹ ਸੋਹਣਾ ਗੁਰੂ ਘਰ ਉਸਾਰ ਦਿੱਤਾ। ਤੋ ਇਹ ਵੀ ਇੱਕ ਸੇਵਾ ਹੈ। ਜਿੰਨਾ ਚਿਰ ਗੁਰੂ ਕਾ ਖਾਲਸਾ ਇਸ ਦਿੱਲੀ ਦੀ ਧਰਤੀ ਤੇ ਰਿਹਾ, 6% ਹਿੱਸਾ ਜਿਹੜਾ ਸਰਕਾਰ ਸੀ ਉਹ ਗੁਰੂ ਕੇ ਖਾਲਸਿਆਂ ਨੂੰ ਦਿੰਦੀ ਰਹੀ। ਔਰ ਅਜੇ ਵੀ ਬਹੁਤ ਸਾਰੇ ਅਨੇਕਾਂ ਐਸੀਆਂ ਨਿਸ਼ਾਨਦੇਹੀਆਂ ਹਨ ਜਿਹੜੀਆਂ ਉਸ ਪੁਰਾਣੇ ਗ੍ਰੰਥ ਦੇ ਮੁਤਾਬਕ ਜਿਹੜੀ ਅਜੇ ਖੋਜ ਜਿਹੜੀ ਹੈ ਚੱਲ ਰਹੀ ਹੈ। ਮੇਰੇ ਕਹਿਣ ਤੋਂ ਭਾਵ ਕਿ ਉਹ ਸਮਾਂ ਸਾਧ ਸੰਗਤ ਜਿਸ ਸਮੇਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੀ ਧਰਤੀ ਤੇ ਲਿਆਂਦਾ ਗਿਆ, ਇਹ ਗੁਰਦੁਆਰੇ ਬਣਾਉਣ ਤੋਂ 67 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਵੀ ਇੱਕ ਜਲੂਸ ਸੀ। ਇਸ ਜਲੂਸ ਦੇ ਵਿੱਚ ਸਿੰਘਾਂ ਦੇ ਸਿਰ ਵੱਢ ਕੇ ਮੁਗਲਾਂ ਨੇ ਨੇਜੇ ਤੇ ਪਰੋਏ ਹੋਏ ਸਨ, ਟੰਗੇ ਹੋਏ ਸਨ, ਅੱਗੇ ਬਿੱਲੀ ਮਾਰ ਕੇ ਟੰਗੀ ਹੋਈ ਸੀ ਤੇ ਕਹਿੰਦੇ ਸੀ ਇਹ ਸਿੰਘਾਂ ਦਾ ਜਲੂਸ ਜਾ ਰਿਹਾ ਹੈ। ਬੰਦਾ ਸਿੰਘ ਬਹਾਦਰ ਨੂੰ ਪਿੰਜਰੇ 'ਚ ਬੰਦ ਕੀਤਾ ਹੋਇਆ ਹੈ, ਉਹ ਪਿੰਜਰਾ ਜਿਹਦੇ 'ਚ ਸਾਵਧਾਨ ਹੋ ਕੇ ਖੜਿਆ ਵੀ ਨਹੀਂ ਜਾ ਸਕਦਾ, ਜੇ ਖੜਦੇ ਨੇ ਤੇ ਉੱਪਰੋਂ ਸੂਏ ਵੱਜਦੇ ਨੇ। ਤੇ ਇੱਕ ਉਹ ਜਲੂਸ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ 67 ਸਾਲ ਬਾਅਦ ਜਿੱਦਣ ਫੇ ਇਹ ਗੁਰੂ ਘਰਾਂ ਦੀ ਸੇਵਾ ਕਰਾ ਕੇ ਗੁਰੂ ਕਾ ਖਾਲਸਾ ਦਿੱਲੀ ਛੱਡ ਕੇ ਪੰਜਾਬ ਜਾਣ ਲੱਗਾ ਨਾ, ਤੇ ਸ਼ਾਹ ਆਲਮ ਦੂਜੇ ਨੂੰ ਪਤਾ ਲੱਗਾ। ਇਤਿਹਾਸ ਕਹਿੰਦਾ ਹੈ ਵੀ ਉਹਨੇ ਹਾਥੀ ਮੰਗਾਇਆ ਤੇ ਹਾਥੀ ਦੇ ਉੱਤੇ ਮਣਾਮੂਈ ਸੋਨਾ ਲੱਦ ਕੇ ਉਹਦੇ ਤੇ ਬਾਬਾ ਬਘੇਲ ਸਿੰਘ ਨੂੰ ਬਾਇਆ। ਤੇ ਅੱਜ ਇੱਕ ਇਹ ਜਲੂਸ ਜਾ ਰਿਹਾ ਹੈ। ਇੱਕ 67 ਸਾਲ ਪਹਿਲਾਂ ਜਲੂਸ ਸੀ, ਇੱਕ ਇਹ ਜਲੂਸ ਹੈ।
ਤੇ ਇਸ ਜਲੂਸ ਦੇ ਚਰਚੇ ਬਹੁਤ ਨੇ। ਕਿਉਂ ਚਰਚੇ ਨੇ? ਕਈ ਪੁੱਛਦੇ ਨੇ ਤੁਸੀਂ ਰਾਜ ਨਹੀਂ ਲੈਣਾ। ਆਪਣੇ ਬਜ਼ੁਰਗ ਕਹਿੰਦੇ ਸੀ ਲੈਣਾ ਹੈ, ਪਰ ਦਿੱਲੀ ਦੀ ਕਿਹੜੀ ਗੱਲ ਹੈ? ਰਾਜ ਅਸੀਂ ਪੰਜਾਬ ਵਿੱਚ ਜਾ ਕੇ ਕਰਨਾ ਹੈ। ਜਿਹੜੀ ਸਾਡੀ ਜੰਮਣ ਭੂਏ ਹੈ, ਜਿਹੜੀ ਸਾਡੀ ਜੰਮਣ ਧਰਤੀ ਹੈ। ਤੋ ਉਹ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਕਿੱਡੀਆਂ ਵੱਡੀਆਂ ਸੇਵਾਵਾਂ ਕੀਤੀਆਂ। ਇਹ ਸਮਰੂ ਕੀ ਬੇਗਮ ਕਿਤਾਬ ਦੇ ਵਿੱਚੋਂ ਤੁਸੀਂ ਬਾਹਵਾਲਾ ਪੜ੍ਹ ਸਕਦੇ ਹੋ, ਜਿਹੜਾ ਭੁਜੰਗੀ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕਰਕੇ ਦਿੱਲੀ ਦੇ ਇਤਿਹਾਸ ਤੇ ਬਹੁਤ ਪਿਆਰੀ ਕਿਤਾਬ ਲਿਖ ਕੇ ਸਾਡੀ ਝੋਲੀ ਵਿੱਚ ਪਾਈ। ਖੈਰ, ਸਤਿਗੁਰੂ ਜੀ ਕਹਿੰਦੇ ਸੇਵਾ ਕਰ, ਕਰ ਕਰ ਟਹਿਲ, ਰਸਨਾ ਗੁਣ ਗਾਵੋ। ਆਪਣੇ ਹੱਥਾਂ ਨਾਲ ਸੇਵਾ ਕਰ ਤੇ ਜਿਹੜੀ ਤੇਰੀ ਰਸਨਾ ਹੈ ਇਹਦੇ ਨਾਲ ਤੂੰ ਗੁਰੂ ਦੀ ਬਾਣੀ ਨੂੰ ਗਾ, ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪ। ਤੇ ਫਿਰ ਦੂਸਰੀ ਪੰਕਤੀ 'ਚ ਸਤਿਗੁਰੂ ਜੀ ਕਹਿੰਦੇ ਚਰਨ ਠਾਕੁਰ ਕਹਿ ਮਾਰਗ ਧਾਵੋ। ਤੇ ਜਿਹੜੇ ਤੇਰੇ ਪੈਰ ਨੇ ਇਹਨਾਂ ਪੈਰਾਂ ਨਾਲ ਚੱਲ ਕੇ ਤੂੰ ਉਸ ਰਸਤੇ ਤੇ ਤੁਰ ਜਿਹੜਾ ਰਸਤਾ ਸੱਚ ਵਾਲੇ ਬੰਨੇ ਜਾਂਦਾ ਹੈ। ਜਿਹਨੂੰ ਬਾਬਾ ਕਬੀਰ ਸਾਹਿਬ ਨੇ, ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਬੜਾ ਪਿਆਰਾ ਲਿਖਿਆ ਹੈ ਕਿ ਸੂਧੇ ਸੂਧੇ ਰੇਗ ਚੱਲੋ ਤੁਮ ਨਤਰ ਕੁ ਧੱਕਾ ਦਿਵਈ ਹੈ ਰੇ। ਕਹਿੰਦੇ ਸਿੱਧੇ ਸਿੱਧੇ ਰਸਤੇ ਤੇ ਮਨੁੱਖ ਤੁਰਿਆ ਜਾ, ਪਤਾ ਨਹੀਂ ਕਿਹੜੇ ਵੇਲੇ ਮੌਤ ਦਾ ਧੱਕਾ ਪੈਣਾ ਹੈ ਤੇ ਕੇਲ ਕਰਿੰਦੇ ਹੰਝ ਨੂੰ ਚਿੰਤੇ ਬਾਜ ਪਏ, ਇਹ ਅਵਸਥਾ ਬਣ ਜਾਣੀ ਹੈ। ਪੁੱਛਿਆ ਮਹਾਰਾਜ ਸਿੱਧਾ ਰਸਤਾ ਕਿਹੜਾ ਹੈ? ਸਿੱਧਾ ਰਸਤਾ ਜਿਹੜਾ ਸਚਾਈ ਵਾਲਾ ਰਸਤਾ, ਸਿੱਧਾ ਰਸਤਾ ਜਿੱਥੇ ਛਲ ਕਪਟ ਫਰੇਬ ਨਾ ਹੋਵੇ। ਉਹ ਭਾਵੇਂ ਕੋਈ ਵੀ ਕਿਸੇ ਵੀ ਤਰੀਕੇ ਦਾ ਸੇਵਾ ਹੋਵੇ, ਸਮਾਜ 'ਚ ਵਿਚਰਨਾ ਹੋਵੇ, ਸਾਡਾ ਸਮਾਜਿਕ ਤੌਰ ਤੇ ਹੋਵੇ, ਰਾਜਨੀਤਿਕ ਤੌਰ ਤੇ ਹੋਵੇ। ਜਦੋਂ ਮਨੁੱਖ ਸਿੱਧੇ ਰਸਤੇ ਤੇ ਤੁਰ ਕੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਸੇਵਾ ਉਹਦੇ ਹੁਕਮ ਵਿੱਚ ਵਿਚਰਦਾ ਹੈ ਤੇ ਸਤਿਗੁਰੂ ਮਹਾਰਾਜ ਫਿਰ ਆਪਣੇ ਸਿੱਖ ਦੇ ਉੱਤੇ ਅਨੇਕਾਂ ਬਖਸ਼ਿਸ਼ਾਂ ਕਰਦੇ ਨੇ। ਜਿਵੇਂ ਸਿੰਘ ਸਾਹਿਬ ਦੱਸ ਰਹੇ ਸੀ ਵੀ ਗੁਰੂ ਅਮਰਦਾਸ ਜੀ ਦਾ ਕੱਲ ਨੂੰ ਜੋਤੀ ਜੋਤ ਸਮਾਉਣ ਦਾ ਪੁਰਬ ਹੈ ਔਰ ਮੇਰੇ ਇਲਾਕੇ ਵਿੱਚ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹ 2 ਦਿਨ ਦਾ ਜਿਹੜਾ ਜੋੜ ਮੇਲਾ ਹੈ ਇਹ ਬਹੁਤ ਜ਼ਿਆਦਾ ਮਸ਼ਹੂਰ ਹੈ। ਇਹਨੂੰ ਸਾਲਾਨਾ ਜੋੜ ਮੇਲਾ ਜੱਗ ਕਰਕੇ ਕਿਹਾ ਜਾਂਦਾ ਆਪਣੇ ਪੰਥ ਵਿੱਚ, ਕਿਉਂਕਿ ਇਹ ਘਟਨਾ ਬਹੁਤ ਵੱਡੀ ਹੈ। 95 ਸਾਲ ਦੀ ਸਰੀਰਕ ਉਮਰ ਭੋਗ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਜਦੋਂ ਸ਼੍ਰੀ ਗੋਇੰਦਵਾਲ ਦੀ ਧਰਤੀ ਤੇ ਪ੍ਰਭੂ ਪੁਰਪਿਆਨਾ ਕਰਨ ਲੱਗੇ, ਸੱਚਖੰਡ ਜਾਣ ਲੱਗੇ ਨਾ, ਤੇ ਜਿਹੜੇ ਉਹਨਾਂ ਦੇ ਆਖਰੀ ਸਮੇਂ ਦੇ ਬੋਲ ਨੇ ਉਹਨਾਂ ਨੂੰ ਬਾਬਾ ਸੁੰਦਰ ਜੀ ਨੇ ਸੱਦ ਬਾਣੀ ਚ ਅੰਕਿਤ ਕੀਤਾ ਹੈ। ਸੱਦ ਦਾ ਅਰਥ ਹੁੰਦਾ ਹੈ ਸੱਦਾ, ਬੁਲਾਵਾ। ਆਪਾਂ ਕਈ ਵਾਰ ਕਹਿੰਦੇ ਆ ਕਿ ਫਲਾਣੇ ਦੇ ਘਰੋਂ ਸੱਦਾ ਆਇਆ ਹੈ, ਜਾਣਾ ਜ਼ਰੂਰ ਹੈ, ਭਾਵੇਂ ਹਾਜ਼ਰੀ ਲਵਾ ਕੇ ਆ ਜਾਈਏ। ਇਹ ਸੱਦਾ ਜਿਹੜਾ ਰੱਬ ਦੇ ਘਰ ਚੋਂ ਆਇਆ, ਤੋ ਇਹਦੇ ਚ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਦੇ ਉਹ ਬੋਲ ਲਿਖੇ ਨੇ ਵੀ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕਿ ਸਾਡੇ ਜਾਣ ਤੋਂ ਬਾਅਦ ਪਰਮਾਤਮਾ ਵਾਹਿਗੁਰੂ ਦੀ ਕੀਰਤੀ ਕਰਨੀ ਹੈ। ਯਾਦ ਰੱਖਣਾ ਅੱਜ ਸੇਵਾ ਦੀ ਗੱਲ ਚੱਲ ਰਹੀ ਹੈ ਕਿ ਕਰ ਕਰ ਟਹਿਲ ਰਸਨਾ ਗੁਣ ਗਾਵੋ, ਚਰਨ ਠਾਕੁਰ ਕੈ ਮਾਰਗ ਧਾਵੋ। ਤੇ ਜਦੋਂ ਗੁਰੂ ਅਮਰਦਾਸ ਜੀ ਦਾ ਜ਼ਿਕਰ ਇਤਿਹਾਸ ਵਿੱਚ ਚੱਲਦਾ ਹੈ ਨਾ, ਕਈ ਵਰੇ ਸੇਵਾ ਕੀਤੀ, ਰਸਨਾ ਦੇ ਉੱਤੋਂ ਰੱਬ ਦਾ ਨਾਮ ਵੀ ਲਿਆ ਤੇ ਹੱਥਾਂ ਨਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਵੀ ਕੀਤਾ। ਆਮ ਕਰਕੇ ਕਿਹਾ ਜਾਂਦਾ ਹੈ ਕਿ ਬੰਦਾ ਬਜ਼ੁਰਗ ਹੋ ਜਾਂਦਾ ਜਦੋਂ ਤੇ ਦੁਨੀਆ ਦੇ ਉੱਤੇ ਸਰਕਾਰਾਂ ਰਿਟਾਇਰ ਕਰ ਦਿੰਦੀਆਂ ਨੇ, ਉਮਰ ਦੀ ਸੀਮਾ ਹੈ ਕੋਈ 58 ਸਾਲ, ਕੋਈ 60 ਸਾਲ। ਪਰ ਜੇ ਗੁਰਬਾਣੀ 'ਚ ਲਿਖਿਆ ਹੈ ਵੀ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ, ਤੇ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਸ ਧਰਮ ਦੀ ਰਿਟਾਇਰਮੈਂਟ ਦੀ ਕੋਈ ਉਮਰ ਨਹੀਂ ਹੈ, ਪਰ ਬੰਦਾ ਸਮਝ ਜਾਵੇ। ਇਹ ਵੱਖਰੀ ਗੱਲ ਹੈ ਅਸੀਂ ਕਿਸੇ ਨੂੰ ਕਹੀਏ ਅੰਮ੍ਰਿਤ ਛਕ ਲੈ, ਉਹ ਕਹੇਗਾ ਥੋੜਾ ਜਿਹਾ ਠਹਿਰ ਕੇ ਛਕ ਲਾਂਗੇ ਜੀ, ਅਜੇ ਕਿਤੇ ਕਿੰਨੀ ਕੁ ਉਮਰ ਹੋ ਗਈ ਹੈ। ਜਵਾਨ ਨੂੰ ਕਹੀਏ ਤੂੰ ਛਕ ਲਾ, ਉਹ ਕਹੇਗਾ ਬੁਢੇਪੇ ਵਾਲੇ ਛਕ ਲਾਂਗੇ। ਅਸੀਂ ਟਾਲ ਮਟੋਲ ਕਰਕੇ ਸਮਾਂ ਆਪਣਾ ਬਤੀਤ ਕਰਦੇ ਜਾਂਦੇ ਆ। ਪਰ ਗੁਰਬਾਣੀ ਕਹਿੰਦੀ ਵੀ ਜੇ ਅਕਾਲ ਪੁਰਖ ਪਰਮਾਤਮਾ ਨਾਲ ਲਿਵ ਬੁਢੇਪੇ 'ਚ ਜੁੜ ਗਈ ਤੇ ਤਾਂ ਵੀ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜੇ ਜਵਾਨੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ
घर नाल जुड़ के सेवा करांगे तां भी गुरु की बख्शिश हो जानी है। ते बहुत सारे वो लोग ने जिहड़े अपने बचपन नूं भी गुरु दे लेखे ला के बचपन सफला कर जाते हैं। ये 3 अवस्थावां ने आपां 9वें पातशाह की बाणी च पढ़ते भी हैं। बाल जवानी अर बिरध फुन 3 अवस्था जान। मैं कहना वो भले जिहड़े बचपन तो ही गुरु की संगत च जुड़ गए, ते वो भी भले जिहड़े जवानी दे विच आके गुरु घर नाल जुड़ गए। नहीं तो कईयां दा बचपन भी लंघ जाता है, जवानी भी लंघ जाती, बुढ़ेपा भी लंघ जाता है। पर 60 साल की उम्र सी 20 वार लगातार बाबा अमरदास गंगा की यात्रा ते जा चुके हैं, इशनान कर चुके हैं तीर्थां दा, अज वापस आ रहे ने। ते महिमा प्रकाश का करता बाबा सरूप दास भल्ला जिहड़ा गुरु अमरदास की वंश का 9वां वारस है, वो अपने ग्रंथ में लिखता है भी रस्ते च कुछ साधुआं का टोला मिलिया बाबे अमरदास नूं, ते उन्होंने बड़े प्यार सत्कार नाल बाबे ने समर्था के मुताबिक भोजन तैयार करके साधुआं नूं छकाया। जदों छकाया ना ते छकण तो बाद उन्होंने पुछया, पंडित हरि ओम उहदा नाम सी जिहड़ा उन्हां साधुआं दा मुखी सी, वो कहण लगा अमरदास तेरा गुरु कौन है? ते बाबे अमरदास ने बचन किया, कहन लगे जी अजे ते महात्मा जी मैं गुरु धारण ही कोई नहीं किया। ये महिमा प्रकाश के बोल ने भी वो पंडित कल्प उठिया, उन्हें कहा किसका संग किया रे मूर्ख मना, जिसकी एत धान खादे तेरा जन्म गया। भी एक निगुरे दे हथों जल पानी छक लिया, तेरा ते कीता धर्म कर्म सारा भ्रिष्ट हो गया, कूच पै गया। ये बोली सीने नूं विन्ह गई। कई बार साध संगत तलवार का जिहड़ा वार है ना, उहदे नालों बोली का जिहड़ा साडे शब्दां दा वार है वो ज़्यादा गंभीर हो जाता है। तां ही भगत कबीर जी ने लिखिया, कबीर सतगुर सूर में बाह्या बान जो एक, लागत ही पोई गिर परिया परा करे जे शेक। बस आ बोली वजी घर आए, सका भतीजा सी बाबा जस्सू, जिहदे नाल गुरु अंगद साहब महाराज सच्चे पातशाह की धी बीबी अमरो विआही गई। हुण जिहदी मां माता खीवी होवे, जिहदा पिता धन गुरु अंगद साहब आप परमेश्वर होवे, ते उन्हें अपनी धी नूं ट्रेनिंग किड्डी वड्डी दित्ती होवेगी। जदों आई धी ते उन्हें दुध रिड़कने पाया, ते नाले दुध रिड़के ते नाले उस दुध रिड़कदियां परमात्मा वाहिगुरु अकाल पुरख गुरु नानक साहब की बाणी का उन्हें एक शब्द पढ़िया, करनी कागद मन मसवाणी बुरा भला दोए लेख पए, ज्यों ज्यों किरत चलाए त्यों चली गए तौ गुण नाही अंत हरे, चित चेतस की नहीं बावरिया हर बिसरत तेरे गुण गलिया। बाबे अमरदास के कन्ना च बोल पए ते सिर ते हथ रख के कहा, धीए बचन किहदा पढ़िया है? सच करके जानी मैनू 20 साल हो गए ने गंगा ते जांदियां तीर्थां ते जांदियां, अज तक मन नूं इन्ना सकून नहीं मिलिया जिन्ना सकून तेरे इन्हां रब्बी बोलां ने मैनू दिता है। ते गुरु अंगद साहब की धी ने कहा, कहन लगी बीबी अमरो पिता जी ये बाणी धन गुरु नानक साहब महाराज दी, धीए मैनू भी मिला उस सतगुरु नाल। ते अज वर्गा समा नहीं सी, जदों दिल कीता उदों ही संगत जी धीआं बच्चियां कोई माड़ी मोटी घर च गल होई, बर्दाश्त शक्ति अज साडी नहीं रही, उठ के पेके घर चले गईयां। उन्हां समयां च जिन्ना चिर माता पिता दा सुनिया नहीं सी आउंदा, धीआं अपने मापियां नूं मिलण नहीं सी जांदियां। सुनिया आया ते वादे दे मुताबिक अपने पिता बाबे अमरदास नूं नाल लै गई। गुरु अंगद साहब दी धी बाहर खिलारिया, पिता जी तों आग्या लै आवां। महिमा प्रकाश का करता लिखता है कि पिता जी कहन लगे, धन गुरु अंगद साहब धीए जिन्हों नाल लिया गए उन्होंने अंदर भी लै आईदा। बाबे अमरदास नूं बुलाया, बाबे अमरदास ने धन गुरु अंगद साहब के चरनां ते रखिया अपना मुबारक सीस, ते जदों अपना सीस गुरु अंगद साहब के चरनां ते रखिया ते गुरु अंगद साहब ने बहुत कृपा कर दी साध संगत। क्योंकि गुरु अंगद साहब की है, उन्हां दा जीवन पढ़ना होवे ते ਉਹ ਅਸੀਂ ਭੱਟਾਂ ਦੇ ਲਿਖੇ ਸਵਈਆਂ 'ਚ ਪੜ੍ਹ ਸਕਦੇ ਹਾਂ ਕਿ ਗੁਰੂ ਅੰਗਦ ਸਾਹਿਬ ਕਿਵੇਂ ਦੀ ਬਿਰਤੀ ਦੇ ਮਾਲਕ ਸਨ।
ਉਹ ਲਿਖਦੇ ਨੇ, ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ। हे ਗੁਰੂ ਅੰਗਦ ਦੇਵ ਮਹਾਰਾਜ, ਤੇਰੀ ਦ੍ਰਿਸ਼ਟੀ ਚੋਂ ਅੰਮ੍ਰਿਤ ਧਾਰਾ ਬਣ ਕੇ ਵਹਿੰਦਾ ਹੈ। ਕਾਲਖ ਖੰਨ ਉਤਾਰ, ਜਿਹਦੇ ਤੇ ਤੇਰੀ ਦ੍ਰਿਸ਼ਟੀ ਪੈ ਜਾਵੇ, ਜਿਹੜਾ ਤੇਰੀ ਬਾਣੀ ਨੂੰ ਪੜ੍ਹ ਲਵੇ, ਉਹਦੀ ਜ਼ਿੰਦਗੀ ਚੋਂ ਵਕਾਰਾਂ ਦੀ ਕਾਲਖ ਦੂਰ ਹੋ ਜਾਂਦੀ ਹੈ। ਤਿਮਰ ਅਗਿਆਨ ਜਾਹੇ ਦਰਸ ਦੁਆਰ, ਤੇ ਤੇਰੇ ਦਰਸ਼ਨ ਕੀਤਿਆਂ ਮਨ ਦੀ ਅਗਿਆਨਤਾ ਵੀ ਖਤਮ ਹੋ ਜਾਂਦੀ ਹੈ। ਫਿਰ ਅੱਗੇ ਕਿਹਾ, ਓਏ ਜੋ ਸੇਵੈ ਸ਼ਬਦ ਸਾਰ, ਕਿ ਜਿਹੜੇ ਆ ਕੇ ਤੇਰੇ ਸ਼ਬਦ ਨਾਲ ਜੁੜਦੇ ਨੇ ਗੁਰੂ ਅੰਗਦ ਦੇਵ ਮਹਾਰਾਜ। ਤੇ ਨਾਲ ਹੀ ਲਿਖ ਦਿੱਤਾ, ਗਾਖੜੀ ਬਿਖਮਕਾਰ, ਕਹਿੰਦੇ ਹੈ ਇਹ ਗਾਖੜਾ ਹੈ। ਗਾਖੜੀ ਤੋਂ ਭਾਵ ਹੁੰਦਾ ਹੈ ਔਖੀ, ਇਹ ਕਾਰ ਔਖੀ ਹੈ। ਔਖੀ ਤੋਂ ਭਾਵ ਹੈ ਵੀ ਗੁਰੂ ਦਾ ਜਦੋਂ ਬਚਨ ਮੰਨਦੇ ਆ, ਸਚਾਈ ਤੇ ਤੁਰਨਾ ਔਖਾ ਹੈ ਨਾ। ਕਈ ਵਾਰ ਸਾਰੇ ਝੂਠੇ ਬੰਦੇ ਇੱਕ ਬੰਨੇ ਹੋ ਜਾਂਦੇ ਨੇ, ਸੱਚਾ ਬੰਦਾ ਇਕੱਲਾ ਰਹਿ ਜਾਂਦਾ ਹੈ। ਇਮਾਨਦਾਰੀ ਅੱਜ ਦੇ ਸਮੇਂ 'ਚ ਰੱਖਣੀ ਔਖੀ ਹੈ ਨਾ, ਕਿਉਂਕਿ ਬੇਈਮਾਨਾਂ ਨਾਲ ਸਮਾਜ ਭਰਿਆ ਪਿਆ ਹੈ। ਉਹ ਭਾਵੇਂ ਰਾਜਨੀਤੀ ਦੀ ਦੁਨੀਆ ਹੈ, ਭਾਵੇਂ ਧਰਮ ਦੀ ਦੁਨੀਆ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ, ਗੁਰੂ ਨਾਲ ਜੁੜਨਾ ਸੱਚੇ ਮੈਨੂੰ ਇਹ ਗਾਖੜੀ ਕਾਰ ਹੈ। ਓਏ ਜੋ ਸੇਵੈ ਸ਼ਬਦ ਸਾਰ, ਗਾਖੜੀ ਬਿਖਮਕਾਰ। ਤੇ ਭੱਟ ਕਹਿੰਦੇ, ਤੇ ਨਰ ਭਵ ਉਤਾਰ ਕੀਏ ਨਿਰਭਾਰ। हे ਗੁਰੂ ਅੰਗਦ ਦੇਵ, ਜਿਹੜਾ ਪਾਪਾਂ ਦੀ ਪੰਡ ਦਾ ਭਾਰ ਲੈ ਕੇ ਤੇਰੇ ਘਰ ਆਉਂਦਾ ਹੈ ਨਾ, ਤੂੰ ਉਹਨੂੰ ਨਿਰਭਾਰ ਕਰਕੇ ਭੇਜਦਾ ਹੈ, ਭਾਵ ਕਿ ਹੌਲੇ ਕਰ ਦਿੰਦਾ ਹੈ। ਪੰਡ ਹੀ ਚੁੱਕੀ ਫਿਰਦਾ ਹੈ ਨਾ, ਲੋਕ ਅੱਜ ਸਿਰਾਂ ਤੇ ਪੰਡਾ ਹੀ ਚੁੱਕੀ ਫਿਰਦੇ ਨੇ। ਕੋਈ ਕਾਮ ਦੀ, ਕੋਈ ਕ੍ਰੋਧ ਦੀ, ਕੋਈ ਲੋਭ ਦੀ, ਕੋਈ ਮੋਹ ਦੀ, ਕੋਈ ਹੰਕਾਰ ਦੀ, ਕੋਈ ਚੁਗਲੀ, ਨਿੰਦਿਆ, ਬੇਈਮਾਨੀ ਤੇ ਈਰਖਾ ਦੀ। ਮਹਾਰਾਜ ਕਹਿੰਦੇ ਪੰਡ ਸਿਰ ਤੇ ਰੱਖੀ ਹੈ, ਭਾਰ ਬੜਾ ਹੈ, ਪਰ ਗੁਰੂ ਅੰਗਦ ਦੇਵ ਜਿਹਦੇ ਤੇ ਤੇਰੀ ਦ੍ਰਿਸ਼ਟੀ ਪੈ ਜਾਵੇ, ਤੂੰ ਉਹਨੂੰ ਨਿਰਭਾਰ ਕਰ ਦਿੰਦਾ ਹੈ। ਤੇ ਨਰ ਭਵ ਉਤਾਰ ਕੀਏ ਨਿਰਭਾਰ। ਫਿਰ ਅੱਗੇ ਕਿਹਾ, ਸਤ ਸੰਗਤ ਸਹਿਜ ਸਾਰ। ਤੇਰੀ ਸੰਗਤ 'ਚ ਆ ਕੇ ਬੰਦੇ ਦੀ ਜ਼ਿੰਦਗੀ 'ਚ ਸਹਿਜ ਆਉਂਦਾ ਹੈ, ਕਿਉਂਕਿ ਤੂੰ ਸੇਵਾ ਵਾਲੇ ਬੰਨੇ ਜੋੜਦਾ ਹੈ, ਤੂੰ ਨਾਮ ਵਾਲੇ ਬੰਨੇ ਜੋੜਦਾ ਹੈ, ਤੂੰ ਗੁਰਬਾਣੀ ਪੜ੍ਹਨ ਵਾਲੇ ਬੰਨੇ ਜੋੜਦਾ ਹੈ। ਤੋ ਮਹਾਰਾਜ ਕਹਿੰਦੇ ਨੇ, ਸਤ ਸੰਗਤ ਸਹਿਜ ਸਾਰ, ਜਾਗੀਲੇ ਗੁਰ ਵਿਚਾਰ। ਜਿਹੜਾ ਤੇਰੀ ਬਾਣੀ ਨਾਲ ਜੁੜ ਗਿਆ ਉਹ ਜਾਗ ਪੈਂਦਾ ਹੈ, ਉਹਦਾ ਸੁੱਤਾ ਮਨ ਜਾਗ ਪੈਂਦਾ ਹੈ। ਤੇ ਨਿਮਰੀ ਭੂਤ ਸਦੀਵ ਪਰਮ ਪਿਆਰ। ਨਿਮਰੀ ਕਹਿੰਦੇ ਨਿਮਰਤਾ ਨੂੰ, ਤੇ ਭੂਤ ਸਦੀਵ ਕਹਿੰਦੇ ਨੇ ਸਦਾ ਵਾਸਤੇ। ਜਿਹੜਾ ਤੇਰੀ ਬਾਣੀ ਤੇ ਤੇਰੇ ਸ਼ਬਦ ਨਾਲ, ਤੇਰੀ ਸੇਵਾ ਨਾਲ ਜੁੜ ਗਿਆ, ਮਹਾਰਾਜ ਕਹਿੰਦੇ ਨੇ ਸਤਿਗੁਰੂ ਜੀ, ਉਹਦਾ ਜੀਵਨ ਸਦਾ ਵਾਸਤੇ ਨਿਮਰਤਾ 'ਚ ਚਲੇ ਜਾਂਦਾ ਹੈ, ਤੇ ਹੰਕਾਰ ਉਹਦੇ ਅੰਦਰੋਂ ਖਤਮ ਹੋ ਜਾਂਦਾ ਹੈ। ਅੱਜ ਬਾਬੇ ਅਮਰਦਾਸ ਨੇ ਇਹੋ ਜਿਹੇ ਸਤਿਗੁਰੂ ਦੇ ਚਰਨਾਂ ਤੇ ਰੱਖਿਆ ਸੀਸ, ਤੇ ਸੇਵਾ 'ਚ ਜੁੜ ਪਏ। ਫਿਰ ਕਰ ਕਰ ਟਹਿਲ ਰਸਨਾ ਗੁਣ ਗਾਵੋ, ਚਰਨ ਠਾਕੁਰ ਕੇ ਮਾਰਗ ਧਾਵੋ। ਰੋਜ਼ ਬਿਆਸਾ ਦਰਿਆ ਤੋਂ ਜਲ ਲਿਆਉਣਾ, ਤੇ ਲਿਆ ਕੇ ਧੰਨ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਣਾ, ਤੇ ਸਾਲ ਬਾਅਦ ਇੱਕ ਸਿਰੋਂ ਪਾਓ ਮਹਾਰਾਜ ਦਿੰਦੇ ਹੁੰਦੇ ਸੀ। ਸ਼ਾਇਦ ਮੈਂ ਨਾ ਭੁੱਲਦਾ ਹੋਵਾਂ, ਤੇ ਸਿਰੋਂ ਪਾਓ ਦੀ ਕਵੈਦ ਵੀ ਖਡੂਰ ਦੀ ਧਰਤੀ ਤੋਂ ਹੀ ਬਾਬੇ ਨੇ ਸ਼ੁਰੂ ਕੀਤੀ, ਤੇ ਉਹਨੂੰ ਆਪਣੇ ਸੀਸ ਤੇ ਸਜਾ ਲੈਣਾ। ਅੱਜ ਕੱਲ ਅਸੀਂ ਬੜੇ ਸਸਤੇ ਕਰਤੇ ਨੇ, ਆਪੇ ਹੀ ਇੱਕ ਦੂਜੇ ਦੇ ਗਲਾਂ 'ਚ ਪਾਈ ਜਾਂਦੇ, ਮਾਫ ਕਰਨਾ। ਬਹੁਤੇ ਵੱਡੇ ਸਮਾਗਮਾਂ 'ਚ ਮੈਂ ਕਥਾ ਦੇ ਨਾਲ ਨਾਲ ਸਟੇਜ ਦੀ ਸੇਵਾ ਵੀ ਕਰਦਾ, ਤੇ ਮੈਂ ਅਕਸਰ ਦੇਖਦਾ ਵੀ ਅਖੀਰ ਤੇ ਜੇ ਕਿਸੇ ਨੂੰ ਨਾ ਦਈਏ ਤੇ ਉਹ ਰੁੱਸ ਪੈਂਦਾ, ਲੜ ਪੈਂਦਾ। ਇੱਥੋਂ ਤੱਕ ਕਹਿਣਾ ਪੈਂਦਾ ਹੈ ਵੀ ਟੈਂਟ ਵਾਲੇ ਵੀ ਆ ਜਾਓ, ਸਾਊਂਡ ਵਾਲੇ ਵੀ ਆ ਜਾਓ, ਜੋੜਿਆਂ ਵਾਲੇ ਵੀ ਆ ਜਾਓ, ਤੇ ਜੇ ਕੋਈ ਰਹਿ ਗਿਆ ਨਾ ਉਹ ਵੀ ਆ ਕੇ ਲੈ ਜਾਓ। ਇਹ ਸ਼ਬਦ ਵੀ ਵਰਤਣਾ ਪੈਂਦਾ ਹੈ। ਪਰ ਇਹ ਬਹੁਤ ਵੱਡੀ ਬਖਸ਼ਿਸ਼, ਸਿਰ ਤੋਂ ਲੈ ਕੇ ਜਿਹੜੀ ਪੈਰਾਂ ਤੱਕ ਸਾਨੂੰ ਕੱਜ ਦਿੰਦੀ। ਸਾਧ ਸੰਗਤ, ਸਾਡੇ ਪਰਦੇ ਢੱਕ ਲੈਂਦਾ ਸਿਰੋਂ ਪਾਓ। 12 ਸਰੋਪੇ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ। ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਜੁਲਾਏ ਦੀ ਖੱਡੀ ਨਾਲ ਪੈਰ ਵੱਜ ਕੇ ਠੇਡਾ ਵੱਜ ਗਿਆ, ਤੇ ਗਾਗਰ ਹੱਥੋਂ ਡਿੱਗ ਪਈ। ਜਦੋਂ ਗਾਗਰ ਧਰਤੀ ਤੇ ਡਿੱਗੀ ਨਾ, ਤੇ ਉਹਦੇ ਚੋਂ ਖੜਾਕ ਆਇਆ, ਤੇ ਜਲਾਈ ਨੇ ਉੱਠ ਕੇ ਕਿਹਾ, ਕੌਣ? ਉਹਦੇ ਪਤੀ ਨੇ ਕਿਹਾ, ਭਾਗਵਾਨ ਨੇ ਪਈ ਰੇ, ਇਸ ਵੇਲੇ ਹੋਰ ਕੌਣ ਹੋ ਸਕਦਾ? ਉਹੀ ਹੋਵੇਗਾ ਨਾ ਅਮਰੂ ਨਿਥਾਵਾਂ, ਜਿਹੜਾ ਕੁੜਮਾਂ ਦੇ ਘਰ ਆ ਕੇ ਮਜ਼ਦੂਰੀ ਕਰਦਾ ਪਿਆ, ਜਲ ਢੋਂਦਾ ਪਿਆ। ਤੁਸੀਂ ਗੁਰੂ ਅੰਗਦ ਸਾਹਿਬ ਦਾ ਇਤਿਹਾਸ ਪੜ੍ਹ ਕੇ ਵੇਖੋ। ਖੈਰੇ ਲੋਕਾਂ ਨੇ ਕਿਹਾ ਪਿੰਡ ਛੱਡ ਦਿਓ ਜਾਂ ਮੀਂਹ ਪਵਾ ਦਿਓ। ਸ਼ਿਵਨਾਥ ਜੋਗੀ ਦੇ ਕਹਿਣ ਤੇ ਮਹਾਰਾਜ ਨੇ ਨਗਰ ਤਾਂ ਛੱਡ ਦਿੱਤਾ, ਪਰ ਬਰਾਗ ਨਹੀਂ ਆਇਆ। ਚੌਧਰੀ ਮਲੂਕੇ ਨੇ ਗੁਰੂ ਅੰਗਦ ਸਾਹਿਬ ਵੱਲ ਇਸ਼ਾਰਾ ਕਰਕੇ ਬੜੇ ਬੁਰੇ ਭਲੇ ਸ਼ਬਦ ਕਹੇ, ਮਹਾਰਾਜ ਨੇ ਕਿਤੇ ਗੁੱਸਾ ਨਹੀਂ ਕੀਤਾ।
ਬੜੀਆਂ ਘਟਨਾਵਾਂ ਖਡੂਰ ਦੀ ਧਰਤੀ ਤੇ ਵਾਪਰੀਆਂ, ਪਰ ਜਿੱਦਣ ਇਹ ਘਟਨਾ ਵਾਪਰੀ ਨਾ, ਸਤਿਗੁਰੂ ਮਹਾਰਾਜ ਨੇ ਸਾਰੀ ਸੰਗਤ ਨੂੰ ਬੁਲਾਇਆ, ਫੇਰ ਸੇਵਾ ਕਰਨ ਵਾਲੇ ਬਾਬੇ ਅਮਰਦਾਸ ਨੂੰ ਬੁਲਾਇਆ ਤੇ ਨਾਲ ਇੱਕ ਬਚਨ ਕਹੇ, ਉਹ ਲੋਕੋ ਕੀ ਕਹਿੰਦੇ ਹੋ ਇਹ ਨਿਥਾਵਾਂ ਹੈ। ਸਤਿਗੁਰੂ ਨੇ 12 ਬਖਸ਼ਿਸ਼ਾਂ ਫਿਰ ਲਗਾਤਾਰ ਬਾਬੇ ਅਮਰਦਾਸ ਨੂੰ ਦਿੱਤੀਆਂ ਉਸ ਖਡੂਰ ਦੀ ਧਰਤੀ ਤੇ। ਨਾਲ ਕਿਹਾ ਇਹ ਨਿਥਾਵਾਂ ਨਹੀਂ, ਇਹ ਅੱਜ ਤੋਂ ਬਾਅਦ ਨਿਮਾਣਿਆਂ ਦਾ ਮਾਣ, ਨਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗੱਤ, ਨਿਪਤਿਆਂ ਦੀ ਪੱਤ, ਨਿਧਿਰਿਆਂ ਦੀ ਧਿਰ, ਦਇਆਲ ਗਈ ਬਹੋੜ, ਜਗਤ ਬੰਦੀ ਛੋੜ, ਇਤ ਆਦਿਕ 12 ਬਖਸ਼ਿਸ਼ਾਂ ਦੇ ਕੇ ਆਪਣੇ ਸੇਵਕ ਨੂੰ ਗਲ ਨਾ ਲਾ ਲਿਆ। ਤੋ ਇਸ ਕਰਕੇ ਇਹ ਸੇਵਾ। ਸਾਧ ਸੰਗਤ ਫਿਰ ਗੁਰਤਾ ਗੱਦੀ ਤੇ ਬਿਠਾ ਕੇ ਕਿਹਾ ਵੀ ਹੁਣ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ। ਉਹ ਧਰਤੀ ਜਿਹਦੇ ਬਾਰੇ ਬਾਣੀ ਵਿੱਚ ਲਿਖਿਆ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਇਸ ਧਰਤੀ ਤੇ ਬੇਅੰਤ ਬਖਸ਼ਿਸ਼ਾਂ ਗੁਰੂ ਅਮਰਦਾਸ ਮਹਾਰਾਜ ਨੇ ਕੀਤੀਆਂ ਤੇ ਸਾਧ ਸੰਗਤ ਜੀ ਉਹਨਾਂ ਬਖਸ਼ਿਸ਼ਾਂ ਦੇ ਵਿੱਚੋਂ ਹੀ ਇੱਕ ਬੌਲੀ ਸਾਹਿਬ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਧਰਤੀ ਤੇ ਬਣਾਈ। ਸਾਡੇ ਮਨਾਂ ਚੋਂ ਸੁੱਚ ਭਿੱਟ ਦਾ, ਜਾਤ ਦਾ ਕੋੜ ਕੱਢਿਆ। ਹਿੰਦੁਸਤਾਨ ਦੇ 22 ਸੂਬੇ ਸੀ ਤੇ ਇੱਕ ਇੱਕ ਪ੍ਰਚਾਰਕ ਨੂੰ ਮੰਜੀ ਦੇ ਕੇ 22 ਮੰਜੀਆਂ ਸਥਾਪਿਤ ਕੀਤੀਆਂ। ਪੰਜਾਬ 'ਚ ਜਗ੍ਹਾ ਜਗ੍ਹਾ ਤੇ ਲਿਖਿਆ ਹੈ ਗੋਇੰਦਵਾਲ ਸਿੱਖੀ ਦਾ ਧੁਰਾ। ਸਿੱਖੀ ਦਾ ਧੁਰਾ ਤਾਂ ਕਹਿੰਦੇ ਸੀ ਵੀ 22 ਸੂਬਿਆਂ 'ਚ ਇੱਕ ਇੱਕ ਮੰਜੀਦਾਰ ਨੂੰ ਭੇਜਿਆ, ਉਹਦੇ 'ਚ ਬੀਬੀਆਂ ਨੂੰ ਵੀ ਜਗ੍ਹਾ ਦਿੱਤੀ। ਫਿਰ ਆਹ ਜਿਹੜੀ ਸਟੇਜ ਹੈ ਜਿਹਦੇ ਤੇ ਗੁਰੂ ਦੇ ਪ੍ਰਚਾਰਕ ਬਹਿ ਕੇ, ਕੀਰਤਨੀਏ ਬਹਿ ਕੇ ਸੰਗਤ ਨੂੰ ਗੁਰਬਾਣੀ ਸੁਣਾਉਂਦੇ ਨੇ, ਇਹ ਸੰਗਤ ਤੋਂ 2-2.5 ਫੁੱਟ ਉੱਚੀ ਹੈ ਤੇ ਇਹ ਜਿਹੜੀ ਸਟੇਜ ਹੈ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪਣੇ ਪ੍ਰਚਾਰਕਾਂ ਦੀ ਝੋਲੀ 'ਚ ਪਾਈ। ਅੱਜ ਵੀ ਕਿਸੇ ਦੇ ਘਰੇ ਅਖੰਡ ਪਾਠ ਸਾਹਿਬ ਦਾ ਭੋਗ ਹੋਵੇ ਨਾ, ਮੰਨ ਲਓ, ਤੇ ਕੋਈ ਮਹਾਂਪੁਰਸ਼ ਆਇਆ ਹੋਵੇ, ਉਹ ਕੀਰਤਨ ਨਹੀਂ ਕਰਦਾ, ਕਥਾ ਨਹੀਂ ਕਰਦਾ, ਤੇ ਵੈਸੇ ਹੀ ਅਸੀਂ ਸਤਿਕਾਰ ਲਈ ਉਹਦੇ ਨਾਲ ਬਰਾਬਰ ਮਹਾਰਾਜ ਦੇ ਗਦੇਲਾ ਲਾ ਦਈਏ, ਕੋਈ ਵਿਛਾਈ ਕਰ ਦਈਏ ਤੇ ਉਹਦੇ ਤੇ ਬਾਬਾ ਜੀ ਬਹਿ ਜਾਣ ਤੇ ਸਿੱਖ ਰਹਿਤ ਮਰਜ਼ਾਦਾ ਦੇ ਧਾਰਨੀ ਸਿੱਖ ਕਿੰਤੂ ਪਰੰਤੂ ਕਰਨਗੇ, ਕਰਨਾ ਜਾਇਜ਼ ਹੈ। ਕਿਉਂਕਿ ਸਾਡੀ ਮਰਜ਼ਾਦਾ 'ਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਸਣ, ਮੰਜੀ, ਚੌਂਕੀ ਲਾ ਕੇ ਬਹਿਣਾ ਮਨਮਤ ਹੈ। ਪਰ ਜੇ ਉਹੀ ਬਾਬਾ ਜੀ ਕੀਰਤਨ ਕਰਨ, ਕਥਾ ਕਰੇ ਕੋਈ ਗੁਰੂ ਦਾ ਪਿਆਰਾ, ਤੇ ਤੁਸੀਂ ਸਤਕਾਰ ਦੇ ਵਾਸਤੇ ਇੱਕ ਦੀ ਥਾਂ ਤੇ ਡਬਲ ਵਿਛਾਈ ਵੀ ਕਰ ਦਿਓ, ਕੋਈ ਬੰਦਾ ਕਿੰਤੂ ਪਰੰਤੂ ਨਹੀਂ ਕਰ ਸਕਦਾ। ਕਿਉਂਕਿ ਇਹ ਰਾਖਵੀਂ ਹੈ ਸਟੇਜ ਤੇ ਇਹ ਗੁਰੂ ਅਮਰਦਾਸ ਨੇ ਆਪਣੇ ਮੰਜੀਦਾਰ ਸਿੱਖ ਪ੍ਰਚਾਰਕਾਂ ਦੀ ਝੋਲੀ 'ਚ ਗੋਇੰਦਵਾਲ ਦੀ ਧਰਤੀ ਤੇ ਪਾਈ ਹੈ। ਜੇ ਲਾਹੌਰ ਤੋਂ ਬੁਲਾਵਾ ਆਉਂਦਾ ਹੈ, ਪੰਡਤਾਂ ਨੇ ਈਰਖਾ ਕਰਤੀ ਵੀ ਜੇ ਕਿਤੇ ਇੱਕੇ ਪੰਗਤ 'ਚ ਬਹਿ ਕੇ ਸਾਰੇ ਲੋਕ ਲੰਗਰ ਛਕਦੇ ਰਹੇ ਤੇ ਸਾਡੇ ਵਰਨ ਵੰਡ ਨੂੰ, ਬਣਾਈ ਹੋਈ ਵੰਡ ਨੂੰ, ਜਿਹੜੀ ਮੰਨੂ ਨੇ ਬਣਾਈ, ਇਹਨੂੰ ਤੇ ਖਤਰਾ ਹੈ। ਤੇ ਮਹਾਰਾਜ ਨਹੀਂ ਗਏ, ਭਾਈ ਜੇਠੇ ਨੂੰ ਭੇਜਿਆ ਤੇ ਜਦੋਂ ਭਾਈ ਜੇਠੇ ਨੇ ਜਾ ਕੇ ਤਸੱਲੀ ਕਰਾਈ ਵੀ ਇਹ ਬਾਣੀ ਜਿਹੜੀ ਇਹ ਅਗੰਮੀ ਹੈ, ਇਹ ਸਾਂਝੀਵਾਲਤਾ ਦਾ ਪ੍ਰਤੀਕ ਹੈ ਤੇ ਇਹ ਬਾਣੀ 'ਚ ਮਹਾਰਾਜ ਨੇ ਲਿਖਿਆ ਹੈ, ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ। ਇਹ ਬਾਣੀ 'ਚ ਲਿਖਿਆ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤੇ ਇਸ ਬਾਣੀ ਨੂੰ ਮੱਥਾ ਵੀ ਟੇਕਿਆ 5 ਮੋਹਰਾਂ। ਅਕਬਰ ਕਹਿੰਦਾ, ਜੇਠਾ ਜੀ ਤੁਸੀਂ ਚੱਲੋ ਤੇ ਆਪਣੇ ਗੁਰੂ ਨੂੰ ਕਹਿ ਦਿਓ ਕਿ ਮੈਂ ਤੁਹਾਡੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿਬ ਆਉਣਾ ਚਾਹੁੰਦਾ। ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਵੀ ਅਕਬਰ ਗੋਇੰਦਵਾਲ ਆਇਆ ਤੇ ਐਵੇਂ ਨਹੀਂ ਆਇਆ, ਉਹਦੇ ਮਨ ਵਿੱਚ ਇਹ ਗੱਲ ਆਈ ਵੀ ਜਿਹੜੇ ਗੁਰੂ ਦਾ ਸਿੱਖ ਏਡਾ ਵਿਦਵਾਨ ਤੇ ਮਹਾਨ ਹੈ, ਉਹ ਸਤਿਗੁਰੂ ਆਪ ਕਿੱਡਾ ਪਰਉਪਕਾਰੀ ਹੋਵੇਗਾ। ਆਇਆ, ਉਹਨੇ ਵੇਖਿਆ ਵੀ ਇੱਥੇ ਤੇ ਸਿਧਾਂਤ ਹੀ ਇਹ ਹੈ, ਪਹਿਲਾਂ ਪੰਗਤ ਪਾਛੈ ਸੰਗਤ। ਪੰਗਤ ਵਿੱਚ ਬਹਿ ਕੇ ਲੰਗਰ ਛਕਿਆ। ਲੰਗਰ ਛਕਣ ਤੋਂ ਬਾਅਦ ਕਹਿੰਦਾ ਹੈ, ਮਹਾਰਾਜ ਗੁਰੂ ਅਮਰਦਾਸ ਜੀ, ਮੈਂ ਤੁਹਾਡੇ ਲੰਗਰ ਤੋਂ ਇੰਨਾ ਪ੍ਰਭਾਵਿਤ ਹੋਇਆ, ਮੈਂ ਇਹਦੇ ਨਾਂ ਤੇ ਜਗੀਰ ਲਾਉਣੀ ਚਾਹੁੰਦਾ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਆ ਵੀ ਮਹਾਰਾਜ ਕਹਿਣ ਲੱਗੇ, ਬਾਦਸ਼ਾਹ ਅਕਬਰ, ਦੁਨਿਆਵੀ ਜਗੀਰਾਂ ਹਮੇਸ਼ਾ ਖਤਮ ਹੋ ਜਾਂਦੀਆਂ ਨੇ। ਇਹ ਲੰਗਰ ਗੁਰੂ ਨਾਨਕ ਦੇ ਪਿਤਾ ਬਾਬੇ ਕਾਲੂ ਦੇ 20 ਰੁਪਈਆਂ ਦੀ ਇਹੋ ਜੀ ਬਰਕਤ ਹੈ ਜਿਹਨੂੰ ਗੁਰੂ ਨਾਨਕ ਨੇ ਸਫਲਾ ਕੀਤਾ ਹੈ ਖਰਾ ਸੌਦਾ ਕਰਕੇ। ਯੁੱਗ ਬੀਤ ਜਾਣਗੇ, ਸਦੀਆਂ ਬੀਤ ਜਾਣਗੀਆਂ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਇਹ ਕਦੇ ਵੀ ਦੁਨਿਆਵੀ ਲੰਗਰ ਖਤਮ ਨਹੀਂ ਹੋਣਗੇ। ਅੱਜ ਵੀ 2-2 ਤਰ੍ਹਾਂ ਦੇ ਲੰਗਰ ਚੱਲਦੇ ਨੇ, ਇੱਕ ਸ਼ਬਦ ਦਾ, ਇੱਕ ਦੁਨਿਆਵੀ।
ਸਾਡੇ ਪੰਜਾਬ 'ਚ ਪਿੱਛੇ ਜੇ ਹੜ੍ਹ ਆ ਗਏ, ਲੋਕਾਂ ਦੀਆਂ ਜ਼ਮੀਨਾਂ ਫਸਲਾਂ ਰੁੜ ਗਈਆਂ, ਘਰ ਰੁੜ ਗਏ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਇੱਕ ਵੀ ਬੰਦਾ ਬਾਂਹ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਵੀ ਅਸੀਂ ਜਾਂ ਸਾਡੇ ਬੱਚੇ ਤਾਂ ਦੂਰ, ਸਾਡਾ ਕੋਈ ਪਸ਼ੂ, ਸਾਡਾ ਕੋਈ ਡੰਗਰ ਵੀ ਭੁੱਖਾ ਮਰ ਗਿਆ ਹੋਵੇ। ਕਿਉਂਕਿ ਲੋਕਾਂ ਨੇ ਡੰਗਰਾਂ ਵਾਸਤੇ ਵੀ ਚਾਰਾ ਭੇਜਿਆ। ਕਿਉਂ? ਕਿਉਂਕਿ ਇਹ ਸਾਡੀਆਂ ਰਗਾਂ 'ਚ ਹੈ, ਪਰਉਪਕਾਰ, ਨੇਕੀ, ਭਲਾ। ਸਿੱਖ ਕਦੇ ਕਿਸੇ ਦਾ ਦੁੱਖ ਵੇਖ ਹੀ ਨਹੀਂ ਸਕਦੇ। ਤੋ ਸਾਧ ਸੰਗਤ, ਜਦੋਂ ਫਿਰ ਮਹਾਰਾਜ ਨੇ ਇਹ ਬਚਨ ਕਿਹਾ ਤੇ ਉਹ ਕਹਿਣ ਲੱਗਾ, ਨਹੀਂ ਜੀ, ਮੈਂ ਕੋਈ ਚੰਗਾ ਕੰਮ ਜ਼ਰੂਰ ਕਰਕੇ ਜਾਣਾ ਚਾਹੁੰਦਾ। ਸਤਿਗੁਰੂ ਜੀ ਕਹਿੰਦੇ ਜੇ ਕੁਝ ਚੰਗਾ ਕਰਨਾ ਹੈ ਤੇ ਫਿਰ ਸਾਡੇ ਕੋਲੋਂ ਉਹਨਾਂ ਬੇਕਸੂਰ ਔਰਤਾਂ ਦੀਆਂ ਚੀਕਾਂ ਨਹੀਂ ਸੁਣੀਆਂ ਜਾਂਦੀਆਂ, ਜਿਨ੍ਹਾਂ ਦੇ ਪਤੀ ਪਰਮੇਸ਼ਰ ਚੜ੍ਹਾਈ ਕਰ ਜਾਂਦੇ ਤੇ ਪੰਡਤ ਲੋਕ ਜ਼ਬਰਦਸਤੀ ਉਹਨਾਂ ਨੂੰ ਸਤੀ ਕਰ ਦਿੰਦੇ ਨੇ, ਚਿਖਾ ਤੇ ਬਿਠਾ ਕੇ, ਤੇ ਮਗਰੋਂ ਉਹਨਾਂ ਦੀ ਪ੍ਰਾਪਰਟੀ ਤੇ ਕਬਜ਼ਾ ਕਰ ਲੈਂਦੇ ਨੇ। ਲੋਕਾਂ 'ਚ ਭਰਮ ਪਾ ਦਿੰਦੇ ਨੇ ਵੀ ਜਿਹੜਾ ਨਵਲਦ ਗਿਆ ਹੋਵੇ ਉਹਦੀ ਜ਼ਮੀਨ ਜਾਇਦਾਦ ਨਹੀਂ ਖਰੀਦੀ ਦੀ, ਆਪ ਭਾਵੇਂ ਲੈ ਲੈਣ। ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿਣ ਤੇ ਫਿਰ ਅਕਬਰ ਨੇ ਸਤੀ ਦੀ ਪ੍ਰਥਾ ਤੇ ਰੋਕ ਲਾਈ, ਕਿਸਾਨਾਂ ਦੇ ਮਾਲੀਏ ਮਾਫ ਕੀਤੇ। ਇਹ ਬਹੁਤ ਵੱਡੇ ਕਾਰਜ ਸੀ ਜਿਹੜੇ ਸਤਿਗੁਰੂ ਨੇ ਉਸ ਧਰਤੀ ਤੇ ਕੀਤੇ। ਆਨੰਦ ਸਾਹਿਬ ਦੀ ਬਾਣੀ ਦਿੱਤੀ ਤੇ ਦੁਨੀਆ ਤੇ ਇੱਕੋ ਹੀ ਇੱਕ ਕੌਮ ਹੈ, ਘਰ 'ਚ ਖੁਸ਼ੀ ਆਈ ਆਪਾਂ ਤਾਂ ਵੀ ਪੜ੍ਹਦੇ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰੱਬ ਨਾ ਕਰੇ ਜ਼ਿੰਦਗੀ 'ਚ ਕੋਈ ਵੱਡੀ ਘਟਨਾ ਵਾਪਰ ਜਾਵੇ ਨਾ, ਸਿੱਖ ਦੁੱਖ ਦੇ ਸਮੇਂ ਵੀ ਇਹੀ ਕਹਿੰਦਾ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਗੁਰੂ ਅਮਰਦਾਸ ਦੀ ਫਿਲਾਸਫੀ, ਗੁਰੂ ਅਮਰਦਾਸ ਦਾ ਸਿਧਾਂਤ ਹੈ। 95 ਸਾਲ ਸਰੀਰਕ ਉਮਰ ਸਾਧ ਸੰਗਤ ਇਹ ਭੋਗ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਅਕਾਲ ਪੁਰਖ ਦੇ ਚਰਨਾਂ 'ਚ ਲੀਨ ਹੋ ਗਏ। ਅੱਜ ਵਾਲੀ ਸਾਰੀ ਰਾਤ ਤੇ ਕੱਲ ਨੂੰ ਸਾਰਾ ਦਿਨ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੀਰਤਨ ਹੀ ਹੋਣਾ ਹੈ। ਇਹ ਗੁਰੂ ਅਮਰਦਾਸ ਦੇ ਬੋਲ, ਤੇ ਮੈਂ ਉਹਨਾਂ ਬਾਰੇ ਥੋੜਾ ਜ਼ਿਕਰ ਤਾਂ ਕੀਤਾ ਵੀ ਇੱਕ ਤਾਂ ਜੋਤੀ ਜੋਤ ਤੇ ਦੂਸਰਾ ਅੱਜ ਸ਼ਬਦ ਵੀ ਮਹਾਰਾਜ ਨੇ ਸੇਵਾ ਵਾਲਾ ਹੀ ਸਾਨੂੰ ਬਖਸ਼ਿਆ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਫਿਰ ਅੱਗੇ ਮਹਾਰਾਜ ਜ਼ਿਕਰ ਕਰਦੇ, ਕਹਿੰਦੇ ਭੱਲੋ ਸਮੋ ਸਿਮਰਨ ਕੀ ਬਰੀਆ। ਉਹ ਸਮਾਂ ਭਲਾ ਹੈ। ਸਮੋਂ ਦਾ ਅਰਥ ਹੈ ਸਮਾਂ ਤੇ ਭਲੇ ਦਾ ਅਰਥ ਹੈ ਚੰਗਾ। ਕਿਹੜਾ? ਜਦੋਂ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਯਾਦ ਆਵੇ। ਔਰ ਸਾਧ ਸੰਗਤ ਬਾਣੀ ਵਿੱਚ ਇਹ ਬਚਨ ਵੀ ਹੈ, ਚਾਲਾਂਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ, ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ। ਸਾਹਿਬ ਜੀ ਕਹਿੰਦੇ ਤਤੀ ਵਾਹ ਵੀ ਨਹੀਂ ਲੱਗਣੀ, ਵਕਾਰਾਂ ਤੋਂ ਵੀ ਬਚ ਜਾਵੇਗਾ, ਸਾਰੇ ਝਗੜੇ ਬਖੇੜੇ ਅੰਦਰੋਂ ਤਪਸ਼ ਖਤਮ ਹੋ ਜਾਵੇਗੀ। ਸਿਮਰਨ ਕਰ, ਪ੍ਰਮਾਤਮਾ ਦਾ ਨਾਮ ਜਪ। ਕੀ ਹੋਵੇਗਾ ਜੀ ਨਾਮ ਜਪ ਕੇ? ਫਿਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਸਿਮਰਤ ਨਾਮ ਭੈ ਪਾਰ ਉਤਰੀਆ। ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਰੇਗਾ ਨਾ, ਉਹ ਐਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ, ਉਹ ਪਾਰ ਹੋ ਜਾਵੇਗਾ। ਵੇਖੋ ਗੁਰੂ ਅਮਰਦਾਸ ਦਾ ਜਿਵੇਂ ਜਿਵੇਂ ਜ਼ਿਕਰ ਚੱਲਦਾ ਹੈ, ਮੈਂ ਕਹਿੰਦਾ ਭੱਟਾਂ ਨੇ ਵੀ ਕਮਾਲ ਕਰਤੀ ਸਾਧ ਸੰਗਤ। ਉਹ ਕਹਿੰਦੇ ਤੈਂ ਪੜ੍ਹਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਸਿਮਰਨ ਪ੍ਰਮਾਤਮਾ ਦਾ, ਇੱਕ ਤੋਂ ਭਾਵ ਹੈ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ। ਗੁਰੂ ਅਮਰਦਾਸ ਤੋਂ ਇੱਕ ਨੂੰ ਹੀ ਪੜਿਆ ਆਪਣੀ ਜ਼ਿੰਦਗੀ 'ਚ, ਆਪਣੇ ਮਨ 'ਚ ਧਰਿਆ, ਵਸਾਇਆ ਤੇ ਇੱਕ ਨੂੰ ਹੀ ਵਸਾਇਆ। ਕਰ ਇੱਕ ਪਛਾਣਿਓ, ਜੇ ਪਛਾਣ ਕੀਤੀ ਤੇ ਇੱਕ ਦੀ ਕੀਤੀ। ਫਿਰ ਅੱਗੇ ਕਿਹਾ ਨੈਣ ਬੈਣ ਮੋਹ ਇੱਕ, ਇੱਕ ਦੋ ਠਾਏ ਨਾ ਜਾਣਿਓ। ਅੱਖਾਂ ਦੇ ਨਾਲ ਵੀ ਵੇਖਿਆ ਤੇ ਇੱਕ ਨੂੰ ਵੇਖਿਆ, ਹਰ ਇੱਕ ਦੇ ਅੰਦਰੋਂ ਪ੍ਰਮਾਤਮਾ ਨੂੰ ਹੀ ਵੇਖਿਆ। ਉਹ ਕੋੜੀ ਪ੍ਰੇਮੇ ਵਰਗੇ ਵੀ ਆਏ ਨਾ, ਜਿਨ੍ਹਾਂ ਦੇ ਗਲਾਂ 'ਚ ਟਿੰਡ ਬੰਨ ਕੇ ਘਰਦਿਆਂ ਨੇ ਬਾਹਰ ਕੱਢਤਾ ਸੀ ਵੀ ਤੇਰੇ ਤੋਂ ਬਦਬੂ ਆਉਂਦੀ ਹੈ। ਜੇ ਉਹਨੂੰ ਵੀ ਝੱਲਿਆ ਤੇ ਗੁਰੂ ਅਮਰਦਾਸ ਨਹੀਂ ਝੱਲਿਆ। ਵੇਖੋ ਮਹਾਰਾਜ ਸਿੱਖਾਂ ਨੂੰ ਕਹਿੰਦੇ ਬੌਲੀ 'ਚੋਂ ਲਿਆਓ ਗਾਗਰ ਦੀਆਂ ਗਾਗਰਾਂ ਜਲਦੀਆਂ ਭਰ ਕੇ ਤੇ ਇਹਦਾ ਇਸ਼ਨਾਨ ਕਰਾਓ। ਇਸ਼ਨਾਨ ਵੀ ਕਰਾਇਆ ਤੇ ਨਾਲ ਭਾਈ ਸ਼ੀਆਂ ਉੱਪਲ ਨੇ ਆਪਣੀ ਧੀ ਦਾ ਰਿਸ਼ਤਾ ਬੀਬੀ ਮੱਥੋ ਦਾ ਗੁਰੂ ਅਮਰਦਾਸ ਦੇ ਕਹਿਣ ਤੇ ਭਾਈ ਪ੍ਰੇਮੇ ਨਾਲ ਕਰਤਾ ਤੇ ਦੋਵਾਂ ਜੀਆਂ ਨੂੰ ਸਾਂਝੀ ਮੰਜੀ ਬਖਸ਼ੀ ਫੇ ਗੁਰੂ ਅਮਰਦਾਸ ਮਹਾਰਾਜ ਨੇ। ਤੇ ਨਾਲ ਨਾਮ ਹੀ ਬਦਲਤਾ, ਕਹਿਣ ਲੱਗੇ ਸ਼ੀਆਂ ਜੀ
ਜੇ ਤੁਹਾਡੀ ਧੀ ਦਾ ਨਾਂ ਬੀਬੀ ਮੱਥੋ ਹੈ ਨਾ, ਤੇ ਇਹ ਅੱਜ ਤੋਂ ਬਾਅਦ ਪ੍ਰੇਮਾ ਨਹੀਂ ਹੋਵੇਗਾ, ਕਿਉਂਕਿ ਇਹਦੇ ਨਾਂ ਦੇ ਨਾਲ ਇੱਕ ਸ਼ਬਦ ਜੁੜ ਗਿਆ ਹੈ। ਲੋਕ ਇਹਨੂੰ ਪ੍ਰੇਮਾ ਕੋਹੜੀ ਕਹਿਣ ਲੱਗ ਪਏ ਨੇ, ਤੇ ਗੁਰੂ ਨਾਨਕ ਦਾ ਘਰ ਤੇ ਕੋਹੜੀਆਂ ਦਾ ਕੋਹੜ ਦੂਰ ਕਰਦਾ ਹੈ। ਇਸ ਕਰਕੇ ਇਹਦਾ ਨਾਂ ਵੀ ਅੱਜ ਤੋਂ ਬਦਲ ਕੇ ਇਹਦਾ ਨਾਮ ਮਰਾਰੀ ਰੱਖ ਦਿੱਤਾ। ਤੇ ਮਹਾਰਾਜ ਨੇ ਫਿਰ ਮੱਥੋ ਤੇ ਮਰਾਰੀ ਨੂੰ ਸਾਂਝੀ ਮੰਜੀ ਬਖਸ਼ੀ। ਪਹਿਲਾ ਅੰਤਰਜਾਤੀ ਵਿਆਹ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਦੀ ਧਰਤੀ ਤੇ ਆਪਣੇ ਹੱਥੀਂ ਕਰਵਾਇਆ। ਤੋ ਕੀ ਕਹਿੰਦੇ ਨੇ, ਨੈਣ ਬੈਣ ਬਚਨਾਂ ਤੇ ਵੀ ਇੱਕ, ਅੱਖਾਂ 'ਚ ਵੀ ਇੱਕ। ਇੱਕ ਦੋ ਠਾਏ ਨਾ ਜਾਣਿਓ, ਇੱਕ ਤੋਂ ਬਿਨਾਂ ਦੂਜੇ ਨੂੰ ਜਾਣਿਆ ਹੀ ਨਹੀਂ। ਅੱਜ ਅਸੀਂ ਕਿਹਨੂੰ ਕਿਹਨੂੰ ਜਾਣਦੇ, ਮਾਫ ਕਰਨਾ। ਇੱਕ ਪਰਮਾਤਮਾ ਤੋਂ ਬਿਨਾਂ ਦੁਨੀਆ ਭਟਕ ਰਹੀ ਹੈ, ਖੁਆਰ ਹੋ ਰਹੀ ਹੈ। ਕੋਈ ਕਿਸੇ ਡੇਰੇ ਤੇ ਜਾ ਰਿਹਾ ਹੈ, ਕੋਈ ਕਿਸੇ ਜੋਤਸ਼ੀ ਕੋ ਜਾ ਰਿਹਾ ਹੈ, ਕੋਈ ਕਿਸੇ ਰੱਖ ਵਾਲੇ ਧਾਗੇ ਤਵੀਤ ਵਾਲੇ ਬਾਬੇ ਕੋ ਜਾ ਰਿਹਾ ਹੈ। ਥੋੜਾ ਜਿਹਾ ਜ਼ਿੰਦਗੀ 'ਚ ਦੁੱਖ ਆਇਆ, ਪਰੇਸ਼ਾਨੀ ਆਈ, ਅਸੀਂ ਗੁਰੂ ਦਾ ਘਰ ਛੱਡ ਕੇ ਭਟਕਣਾ ਸ਼ੁਰੂ ਕਰ ਦਿੰਨੇ ਆ। ਤੋ ਕੀ ਕਹਿੰਦੇ ਭੱਟ, ਕਹਿੰਦੇ ਨੈਣ ਬੈਣ ਮੋਹ ਇੱਕ, ਇੱਕ ਦੋ ਠਾਏ ਨਾ ਜਾਣਿਓ। ਫਿਰ ਅੱਗੇ ਕਿਹਾ ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ। ਜੇ ਸੁਪਨਾ ਲਿਆ ਤੇ ਉਹ ਵੀ ਇੱਕ ਪਰਮਾਤਮਾ ਦਾ ਹੀ ਲਿਆ। ਆਮ ਕਰਕੇ ਬੰਦਾ ਜਿਹੜੇ ਬੰਨੇ ਜ਼ਿਆਦਾ ਸੋਚੇ ਉਹਨੂੰ ਸੁਪਨੇ ਵੀ ਉਹੀ ਆਉਂਦੇ ਨੇ। ਪਰ ਗੁਰੂ ਅਮਰਦਾਸ ਮਹਾਰਾਜ ਤੇਰੇ ਸੁਪਨੇ 'ਚ ਵੀ ਆਇਆ ਕੋਈ ਤੇ ਉਹ ਪ੍ਰਮਾਤਮਾ ਹੀ ਆਇਆ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, ਆਪਣੇ ਆਪ ਨੂੰ ਇੱਕ ਨਾਲ ਜੋੜਿਆ। 30 1 ਅਰ 5 ਸਿੱਧ 35 ਨਾ ਖੀਣੋ। ਮਹੀਨੇ ਦੇ 30 ਦਿਨਾਂ 'ਚ 5 ਤੱਤਾਂ 'ਚ ਤੇ ਗੁਰਮੁਖੀ ਦੇ 35 ਅੱਖਰਾਂ 'ਚ ਜੇ ਕਿਸੇ ਨੂੰ ਵੇਖਿਆ ਤੇ ਗੁਰੂ ਅਮਰਦਾਸ ਤੂੰ ਇੱਕ ਨੂੰ ਹੀ ਵੇਖਿਆ। ਤੋ ਸਾਧ ਸੰਗਤ, ਇੱਕੋ ਜੇ ਲਾਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਾਲਪ ਭਣੇ, ਤੂੰ ਇੱਕ ਲੋੜੈ ਇੱਕ ਮੰਨਿਓ। ਉਸ ਪਾਤਸ਼ਾਹ ਨੇ ਸੱਚਮੁੱਚ ਹੀ ਆਪ ਅਣਗਿਣਤ ਲੋਕਾਂ ਨੂੰ ਇਸ ਸੰਸਾਰ ਤੋਂ ਪਾਰ ਕਰ ਦਿੱਤਾ। ਕਿਹਦੇ ਕਰਕੇ? ਗੁਰਬਾਣੀ ਕਰਕੇ, ਨਾਮ ਕਰਕੇ। ਤੇ ਮਹਾਰਾਜ ਕਹਿੰਦੇ ਸਿਮਰਤ ਨਾਮ ਭੈ ਪਾਰ ਉਤਰਿਆ ਰਹਾਓ। ਵਿਸ਼ਰਾਮ ਦੇ ਕੇ ਫਿਰ ਪਾਤਸ਼ਾਹ ਕਹਿੰਦੇ, ਮਹਾਰਾਜ ਕਹਿੰਦੇ ਨੇਤਰ ਸੰਤਨ ਕਾ ਦਰਸ਼ਨ ਪੇਖ। ਕਹਿੰਦੇ ਅੱਖਾਂ ਦੇ ਨਾਲ ਦਰਸ਼ਨ ਕਰ। ਕਿਹਦੇ? ਰੱਬ ਦੇ ਪਿਆਰਿਆਂ ਦੇ। ਇੱਥੇ ਸੰਤਨ ਦਾ ਅਰਥ ਹੈ ਗੁਰਮੁਖ, ਕਿ ਗੁਰਮੁਖਾਂ ਦੀ ਸੰਗਤ ਵਿੱਚ ਜਾ। ਤੇ ਅੱਗੇ ਮਹਾਰਾਜ ਬਚਨ ਕਰਦੇ ਨੇ, ਪ੍ਰਭ ਅਵਿਨਾਸੀ ਮਨ ਮੈਂ ਲੇਖ। ਮਨ 'ਚ ਕਿਹਦਾ ਲੇਖਾ ਲਿਖ? ਕਿਹਨੂੰ ਯਾਦ ਕਰ? ਅਵਿਨਾਸ਼ੀ। ਅਵਿਨਾਸ਼ੀ ਕੌਣ ਹੈ? ਪਰਮਾਤਮਾ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਫਿਰ ਅੱਗੇ ਬਚਨ ਕੀਤਾ, ਸੁਣ ਕੀਰਤਨ ਸਾਧ ਪੈ ਜਾਏ। ਗੁਰੂ ਦੀ ਸੰਗਤ 'ਚ ਜਾ ਕੇ ਕੀਰਤਨ ਸੁਣ। ਸਾਧ ਦਾ ਅਰਥ ਇੱਥੇ ਗੁਰੂ ਹੈ। ਕੀ ਹੋਵੇਗਾ ਕੀਰਤਨ ਸੁਣ ਕੇ, ਬਾਣੀ ਸੁਣ ਕੇ? ਜਨਮ ਮਰਨ ਕੀ ਤਰਾਸ ਮਿਟਾਏ। ਕਹਿੰਦੇ ਤੇਰੀ ਜੰਮਣ ਮਰਨ ਦੀ ਜਿਹੜੀ ਹੰਗਤਾ ਹੈ, ਜੰਮਣ ਮਰਨ ਦਾ ਜਿਹੜਾ ਦੁੱਖ ਹੈ, ਇਹ ਦੂਰ ਹੋ ਜਾਵੇਗਾ। ਚਰਨ ਕਮਲ ਠਾਕੁਰ ਔਰ ਧਾਰ। ਸਤਿਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ 'ਚ ਵਸਾ। ਸਤਿਗੁਰੂ ਦੇ ਚਰਨ ਕੀ ਨੇ? ਗੁਰੂ ਦੇ ਸ਼ਬਦ। ਦੁਰਲੱਭ ਦੇਹ ਨਾਨਕ ਨਿਸਤਾਰ। ਕਹਿੰਦੇ ਆ ਜਿਹੜੀ ਦੇਹੀ ਤੈਨੂੰ ਦੁਰਲੱਭ ਮਿਲੀ ਹੈ ਨਾ 84 ਲੱਖ ਜੂਨਾਂ ਤੋਂ ਬਾਅਦ, ਇਸ ਦੇਹੀ ਨੂੰ ਲੇਖੇ ਵਿੱਚ ਲਾ। ਸਮੇਂ ਦੀ ਸੰਭਾਲ ਕਰ। ਇਹਨਾਂ ਹੱਥਾਂ ਨਾਲ ਗੁਰੂ ਦੇ ਘਰ ਸੇਵਾ ਕਰ। ਪੈਰਾਂ ਨਾਲ ਚੱਲ ਕੇ ਗੁਰੂ ਦੇ ਘਰ ਜਾ। ਚਰਨ ਤਾਂ ਪਰ ਸਕਿਆਥ ਚਰਨ ਗੁਰ ਅਮਰ ਪਵਲ ਰਹਿ। ਹੱਥ ਤਾਂ ਪਰ ਸਕਿਆਥ ਹੱਥ ਲੱਗੇ ਗੁਰ ਅਮਰ ਪੈ। ਜੀਹੀ ਤਾਂ ਪਰ ਸਕਿਆਥ ਜੀਹੀ ਗੁਰ ਅਮਰ ਭਣੀਜੈ। ਸਰਵਣ ਤਾਂ ਪਰ ਸਕਿਆਥ ਸਰਵਣ ਗੁਰ ਅਮਰ ਸੁਣੀਜੈ। ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪਖੀਜੈ। ਸਕਿਆਥ ਸੋਹੀਓ ਜਿਤ ਹੀ ਬਸੈ। ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ। ਜੋ ਸਿਰ ਨਿਵੈ ਗੁਰ ਅਮਰ ਨਿਤ। ਇਹ ਸਾਰੀ ਦੇਹੀ ਦੀ ਗੱਲ ਕਰਤੀ ਭੱਟਾਂ ਨੇ। ਅੱਖਾਂ ਵੀ ਲੇਖੇ ਵਿੱਚ ਲੱਗ ਜਾਣ, ਹੱਥ ਵੀ, ਪੈਰ ਵੀ, ਰਸਨਾ ਵੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਫਿਰ ਤੇਰੇ ਤੇ ਬਖਸ਼ਿਸ਼ ਹੋ ਜਾਵੇਗੀ। 5 ਮਿੰਟ ਦਾ ਮੇਰਾ ਸਮਾਂ ਬਾਕੀ ਹੈ। ਇੱਕ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ।
ਸਿੰਘ ਸਭਾ ਲਹਿਰ ਦਾ 150 ਸਾਲਾ 1 ਅਕਤੂਬਰ ਨੂੰ ਆ ਰਿਹਾ ਹੈ। ਆ ਜਿਹੜੀ 1 ਅਕਤੂਬਰ ਆ ਰਹੀ ਹੈ, ਪੂਰੀ ਦੁਨੀਆ ਦੇ ਅੰਦਰ ਸਿੰਘ ਸਭਾ ਦੇ ਅਨੇਕਾਂ ਗੁਰਦੁਆਰੇ ਨੇ, ਹਜ਼ਾਰਾਂ ਗੁਰੂ ਘਰ ਨੇ। ਔਰ ਇਹ ਏਡੀ ਪਿਆਰੀ ਲਹਿਰ ਸੀ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਸਾਡੀ ਗਿਣਤੀ 2 ਕਰੋੜ ਸੀ। ਰਾਜ ਖਤਮ ਹੋਣ ਤੋਂ ਬਾਅਦ 1881 ਦੀ ਮਰਦਮਸ਼ੁਮਾਰੀ ਸਮੇਂ ਇਤਿਹਾਸ ਦੇ ਅੰਕੜੇ ਪੜ੍ਹ ਕੇ ਵੇਖੋ, ਸਾਡੀ ਗਿਣਤੀ 18,53,000 ਤੇ 428 ਰਹਿ ਗਈ। ਜਿਹੜੇ ਸਹੂਲਤਾਂ ਲੈਣ ਵਾਲੇ ਭੇਖੀ ਸਿੱਖ ਸੀ ਉਹ ਸਿੱਖੀ ਛੱਡ ਗਏ, ਈਸਾਈ ਮਿਸ਼ਨਰੀ ਆ ਗਏ ਤੇ 9 ਫਰਵਰੀ 1852 ਨੂੰ ਚਰਚ ਮਿਸ਼ਨਰੀ ਐਸੋਸੀਏਸ਼ਨ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ। 3 ਸਾਲ ਵਿੱਚ ਉਹਨਾਂ ਨੇ 375 ਪਿੰਡਾਂ ਦੇ ਵਿੱਚ ਅਨੇਕਾਂ ਸਕੂਲ ਤੇ ਕਾਲਜ ਖੋਲ੍ਹ ਦਿੱਤੇ। ਸਾਡੀ ਗਿਣਤੀ ਘਟ ਗਈ, ਈਸਾਈ ਮਿਸ਼ਨਰੀਆਂ ਦਾ ਪ੍ਰਚਾਰ ਵੱਧ ਗਿਆ ਤੇ ਉਸ ਦੌਰ ਦੇ ਅੰਦਰ ਸਾਧ ਸੰਗਤ ਜੀ ਸਾਡੇ ਬਜ਼ੁਰਗਾਂ ਨੇ ਫਿਰ ਸਿਰ ਜੋੜਿਆ। 1 ਅਕਤੂਬਰ 1873 ਈਸਵੀ ਨੂੰ ਗੁਰੂ ਕੇ ਬਾਗ ਅੰਮ੍ਰਿਤਸਰ ਦੇ ਨੇੜੇ ਵੱਡਾ ਇਕੱਠ ਕਰਕੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਖੇਮ ਸਿੰਘ ਬੇਦੀ ਤੇ ਕਪੂਰਥਲੇ ਦਾ ਮਹਾਰਾਜਾ ਬਿਕਰਮ ਸਿੰਘ, ਇਹਨਾਂ ਨੇ ਸਾਧ ਸੰਗਤ ਜੀ ਇੱਕ ਜਥੇਬੰਦੀ ਤਿਆਰ ਕੀਤੀ ਤੇ ਉਹਦਾ ਨਾਂ ਰੱਖਿਆ ਸਿੰਘ ਸਭਾ। ਔਰ ਇਸ ਸਿੰਘ ਸਭਾ ਨੇ ਬਹੁਤ ਜ਼ਿਆਦਾ ਪੰਥ ਦੇ ਵਿੱਚ ਧਰਮ ਪ੍ਰਚਾਰ ਦੇ ਕਾਰਜ ਕੀਤੇ ਨੇ। ਇੱਥੋਂ ਤੱਕ ਵੀ ਇਹਦੀ ਲੋੜ ਵੀ ਤਾਂ ਪਈ ਸੀ ਵੀ ਕਪੂਰਥਲੇ ਦੇ ਰਾਜੇ ਦਾ ਸਕਾ ਭਤੀਜਾ ਈਸਾਈ ਬਣ ਗਿਆ। ਅੰਮ੍ਰਿਤਸਰ ਦੀ ਧਰਤੀ ਤੇ ਵਿਸ਼ਵ ਸਿੱਖ ਸਕੂਲ ਚੱਲਦਾ ਸੀ, ਉਹਦੇ 4 ਸਿੱਖ ਬੱਚਿਆਂ ਨੇ ਕੇਸ ਕਟਾਉਣ ਦਾ ਐਲਾਨ ਕਰਤਾ। ਗਿਣਤੀ ਸਾਡੀ ਘਟ ਗਈ, ਮਾਰ ਪੈਣ ਲੱਗ ਪਈ ਤੇ ਆਪਣੇ ਬਜ਼ੁਰਗਾਂ ਨੇ ਇਹ ਸਭਾ ਲਹਿਰ ਬਣਾ ਕੇ, ਲਹਿਰ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਸਮੁੰਦਰ ਦੇ ਵਿੱਚ ਲਹਿਰ ਆਉਂਦੀ ਆ ਤੇ ਉਹ ਕਚਰੇ ਨੂੰ, ਗੰਦ ਪਿੱਲ ਨੂੰ ਛਾਣ ਕੇ ਬਾਹਰ ਕੱਢ ਦਿੰਦੀ। ਇਸ ਕਰਕੇ ਆਪਣੇ ਬਜ਼ੁਰਗਾਂ ਨੇ ਇਹਦਾ ਨਾਂ ਸਿੰਘ ਸਭਾ ਲਹਿਰ ਰੱਖਿਆ ਸੀ। ਏਡੇ ਵੱਡੇ ਵੱਡੇ ਕਾਰਜ ਕੀਤੇ ਇਸ ਲਹਿਰ ਨੇ। ਖਾਲਸਾ ਕਾਲਜ ਬਣਾਇਆ 1892 ਚ ਇਸ ਲਹਿਰ ਨੇ। 5 ਅਖਬਾਰਾਂ ਉਹਨਾਂ ਦਿਨਾਂ ਚ ਕੱਢੀਆਂ, ਗੁਰਮੁਖੀ ਅਖਬਾਰ, ਰਸਾਲਾ ਸੁਧਾਰ, ਵਿਦਿਆਰਕ ਪੰਜਾਬ, ਇਹ ਤਾਦਕ ਉਹ ਸਿੰਘ ਸਭਾ ਨੇ। ਪੰਜਾਬ ਐਂਡ ਸਿੰਧ ਬੈਂਕ ਵਰਗੇ ਵੱਡੇ ਵੱਡੇ ਬੈਂਕ ਸਥਾਪਿਤ ਕੀਤੇ ਸਿੰਘ ਸਭਾ ਲਹਿਰ ਨੇ ਕੀਤੇ। ਹਮ ਹਿੰਦੂ ਨਹੀਂ ਵਰਗੀਆਂ ਕਿਤਾਬਾਂ ਲਿਖੀਆਂ ਭਾਈ ਕਾਹਨ ਸਿੰਘ ਨਾਭਾ ਜੀ ਨੇ। ਸਪੋਰਟ ਕਿਹਨੇ ਕੀਤੀ? ਸਿੰਘ ਸਭਾ ਨੇ। ਦਰਬਾਰ ਸਾਹਿਬ ਦੀ ਪਰਿਕਰਮਾ ਚ ਮਹੰਤਾਂ ਨੇ ਮੂਰਤੀਆਂ ਲਿਆ ਕੇ ਰੱਖ ਦਿੱਤੀਆਂ ਸਾਨੂੰ ਬਾਣੀ ਨਾਲੋਂ ਤੋੜਨ ਵਾਸਤੇ, ਤੇ ਮੂਰਤੀਆਂ ਨੂੰ ਬਾਹਰ ਕਿਹਨੇ ਕੱਢਿਆ? ਸਿੰਘ ਸਭੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਕਿਹਦੀ ਬਦੌਲਤ? ਸਿੰਘ ਸਭਾ ਲਹਿਰ ਦੀ ਬਦੌਲਤ। ਤੋ ਇਹਨਾਂ ਨੇ ਬਹੁਤ ਵੱਡੇ ਵੱਡੇ ਕਾਰਜ ਕੀਤੇ ਨੇ ਤੇ ਸਾਨੂੰ ਅੱਜ ਸਿੰਘ ਸਭਾਵਾਂ ਨੂੰ ਐਨਾਲਿਸਿਸ ਕਰਨ ਦੀ ਲੋੜ ਹੈ ਕਿ ਉਹਨਾਂ 5 ਅਖਬਾਰਾਂ ਕੱਢਤੀਆਂ ਸੀ ਜਦੋਂ ਸਾਧਨ ਕੋਈ ਨਹੀਂ ਸੀ। ਅੱਜ ਸਾਡੇ ਕੋਲ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਕਿਹੜਾ ਮੀਡੀਆ ਹੈ ਜਿਹੜਾ ਸਿੱਖਾਂ ਦੀ ਗੱਲ ਠੋਕ ਕੇ ਕਰੇ? ਸਾਧ ਸੰਗਤ, ਉਹਨਾਂ ਵੱਡੇ ਵੱਡੇ ਕਾਲਜ ਸਥਾਪਿਤ ਕਰ ਦਿੱਤੇ, ਬੈਂਕ ਸਥਾਪਿਤ ਕਰ ਦਿੱਤੇ ਤੇ ਸੋਚ ਵੇਖੋ ਕਿ ਇਹਦੇ 'ਚ ਸਾਬਤ ਸੂਰਤ ਗੁਰਸਿੱਖ ਨੂੰ ਹੀ ਇਸ ਬੈਂਕ 'ਚ ਨੌਕਰੀ ਦਿੱਤੀ ਜਾਵੇ। ਅੱਜ ਦੁੱਖ ਹੁੰਦਾ ਹੈ ਵੀ 150 ਸਾਲ ਬਾਅਦ ਉਹਨਾਂ ਅਦਾਰਿਆਂ ਦੇ ਹਾਲਾਤ ਕੀ ਨੇ। ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਉਹ ਲੋਕ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਆਪਣਾ ਕਾਰਜ ਨਹੀਂ ਕੀਤਾ ਤੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸੰਭਾਲਿਆ। ਤੇ ਮੈਂ ਤੇ ਇਹ ਵੀ ਮਾਫੀ ਮੰਗ ਕੇ ਕਹਾਂਗਾ ਵੀ ਸ਼ਾਇਦ ਜਿਨ੍ਹਾਂ ਨੂੰ ਪਤਾ ਹੈ ਚੰਗੀ ਗੱਲ ਹੈ, ਨਹੀਂ ਤੇ 95% ਸਿੰਘ ਸਭਾਵਾਂ ਦੇ ਪ੍ਰਬੰਧਕਾਂ ਨੂੰ ਇਸ ਲਹਿਰ ਬਾਰੇ ਪੂਰੀ ਜਾਣਕਾਰੀ ਨਹੀਂ ਵੀ ਇਹ ਲਹਿਰ ਨੇ ਕੰਮ ਕਿੱਡੇ ਵੱਡੇ ਕੀਤੇ ਸੀ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦੇ ਨੇ ਇੱਕ ਗੈਰ ਸਿੱਖ ਆਗੂ ਨੇ ਬਿਆਨ ਦੇ ਕੇ ਕਿਹਾ ਸੀ ਸਿੰਘ ਸਭਾ ਲਹਿਰ ਬਣਾ ਕੇ ਪ੍ਰਚਾਰ ਤੇ ਬੜਾ ਕਰ ਲਿਆ, ਪਰ ਤੁਹਾਡੇ ਕੋਲ ਕੋਈ ਵਿਦਿਆ ਦਾ ਮੰਦਰ ਵੱਡਾ ਅਦਾਰਾ ਨਹੀਂ। ਆਪਣੇ ਬਜ਼ੁਰਗਾਂ ਨੇ ਕਾਲ ਕੀਤੀ ਤੇ ਸਮੇਂ 'ਚ, ਥੋੜੇ ਸਮੇਂ 'ਚ ਖਾਲਸਾ ਕਾਲਜ ਬਣਾ ਕੇ ਕੌਮ ਦੀ ਝੋਲੀ ਪਾਇਆ। ਤੇ ਇੱਕ ਸਿੱਖ ਆਗੂ ਨੇ ਬਿਆਨ ਦੇ ਕੇ ਇਹ ਗੱਲ ਕਹੀ ਸੀ, ਭਾਈ ਸਾਹਿਬ ਆਪਣੀ ਸ਼ਬਦ ਵਾਪਸ ਲਓ, ਤੁਸੀਂ ਕਿਹਾ ਸੀ ਸਾਡੇ ਕੋਲ ਵਿਦਿਆ ਦਾ, ਐਜੂਕੇਸ਼ਨ ਦਾ ਵੱਡਾ ਅਦਾਰਾ ਨਹੀਂ। ਆਹ ਵੇਖੋ ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਧਰਤੀ ਤੇ ਬਣਾ ਦਿੱਤਾ ਹੈ, ਕਿਉਂਕਿ ਸਾਡੀ ਕੌਮ ਇਹੋ ਜੀ ਮਾਰਸ਼ਲ ਮਹਾਨ ਕੌਮ ਹੈ। ਜੇ ਕਿਤੇ ਅਸੀਂ ਆਪਣੀ ਕੌਮ ਨੂੰ ਇਹ ਕਹਿੰਦੇ ਕਿ ਇਸ ਖਾਲਸਾ ਕਾਲਜ ਦੀਆਂ ਨੀਹਾਂ ਵਿੱਚ ਸਾਨੂੰ ਸੀਮੈਂਟ, ਬਜਰੀ ਤੇ ਸਰੀਏ ਦੀ ਥਾਂ ਤੇ ਸਿੱਖਾਂ ਦੇ ਸਿਰਾਂ ਦੀ ਲੋੜ ਹੈ, ਇਸ ਕੌਮ ਨੇ ਆਪਣੇ ਸਿੱਖਾਂ ਨੇ ਸਿਰ ਵੀ ਉਸ ਨੀਹਾਂ 'ਚ ਦੇ ਦੇਣੇ ਸਨ। ਮਤਲਬ ਏਡੀ ਇਹ ਮਾਰਸ਼ਲ ਮਹਾਨ ਕੌਮ ਵੀ ਜਿੱਧਰ ਨੂੰ ਪਵੇ
ਫਿਰ ਇਹ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਨਾਲ ਚੜ੍ਹਾਈ ਕਰੀ ਜਾਂਦੀ ਹੈ। ਤੇ ਜਿਨ੍ਹਾਂ ਨੂੰ ਨਹੀਂ ਸੀ ਪਤਾ, ਮੈਂ ਇਸ ਮੰਚ ਤੋਂ ਤਾਂ ਦੱਸਿਆ ਵੀ 1 ਅਕਤੂਬਰ ਨੂੰ 150 ਸਾਲ ਹੈ। ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਭਾਈ ਕਾਹਨ ਸਿੰਘ ਨਾਭੇ ਨੂੰ ਜ਼ਰੂਰ ਯਾਦ ਕਰੋ। ਕਪੂਰਥਲੇ ਦੇ ਰਾਜੇ ਬਿਕਰਮ ਸਿੰਘ ਨੂੰ ਯਾਦ ਕਰੋ, ਜਿਨ੍ਹਾਂ ਨੇ ਇਸ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਥਾਂ ਥਾਂ ਤੇ ਫਿਰ ਸਿੰਘ ਸਭਾ ਦੇ ਗੁਰਦੁਆਰੇ ਬਣਨੇ ਸ਼ੁਰੂ ਹੋਏ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਗੁਰੂ ਅਮਰਦਾਸ ਮਹਾਰਾਜ ਦੇ ਇਤਿਹਾਸ ਤੇ ਬੋਲਦੇ ਆ, ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਕਰ ਗਿਆ ਹੋਵਾਂਗਾ। ਕਾਫੀ ਲੰਬੇ ਸਮੇਂ ਬਾਅਦ ਆਪ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ। ਫਿਰ ਵੀ ਮੈਂ ਸਮੁੱਚੇ ਪ੍ਰਬੰਧ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਮਾਂ ਦੇ ਕੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ ਜੀ। ਸੋ ਜਿੱਥੇ ਆਪ ਸੰਗਤਾਂ ਦਾ ਧੰਨਵਾਦ, ਉੱਥੇ ਕੋਟਾਨਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਉਹਨਾਂ ਦਾ, ਆਪ ਸਮੂਹ ਸੰਗਤਾਂ ਦਾ ਇੰਨੇ ਕੁ ਸ਼ਬਦ ਪ੍ਰਵਾਨ ਕਰਨੇ ਹੋ। ਆਓ ਆਖਰੀ 2 ਪੰਕਤੀਆਂ ਪੜ੍ਹ ਕੇ ਫੇਰ ਫਤਿਹ ਬੁਲਾਵਾਂਗੇ। ਚਰਨ ਕਮਲ ਠਾਕੁਰ ਔਰ ਧਾਰ, ਦੁਲੱਭ ਦੇਹ ਨਾਨਕ ਨਿਸਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।